कल जुग राखी पत अघन देखत गत चरण कवल जास सब बिद मान्यो मन तब ही भयो प्रसन्न राज जोग तकत दीन गुर रामदास सब बिद मान्यो मन तब ही भयो प्रसन्न राज जोग तकत दीन गुर रामदास वाहिगुरु जी का खालसा वाहिगुरु जी की फतेह। सवैये महले चौथे के पवित्र बाणी विचों गुरु रामदास पातशाह जी की वडियाई विच उचारण किया। ये 17वां सवैया जो गुरु ग्रंथ साहिब महाराज जी के पावन अंग 1399 उपर सुभाएमान है। तिसदी विचार श्रवण करा रहे हैं अत सत्कारयोग भाई साहब भाई गुरलाल सिंह जी कुरुक्षेत्र। आप संगतां लई बेनती है कि हर साल की तरह इस साल भी दिल्ली से गुरुद्वारा प्रबंधक कमेटी वालों धन गुरु नानक साहब महाराज जी के पावन प्रकाश गुरपुरब ते गुरुद्वारा बंगला साहिब के सरोवर की परिक्रमा विच धार्मिक पुस्तक अते चित्र प्रदर्शनी जो 11 नवंबर तो शुरू करके 23 नवंबर 2021 तक लगाई जा रही है, जिस विच आप बहुत सारी धर्म की जानकारी प्राप्त कर सकते हो। वध चढ़ पहुँचने की कृपालता करनी। दिल्ली से गुरुद्वारा प्रबंधक कमेटी वालों सतगुरु गुरु नानक साहब जी का पावन प्रकाश गुरपुरब आने वाली 19 नवंबर नूं गुरुद्वारा रकाबगंज साहिब के भाई लखी शाह वणजारा हाल विच अमृत वेले तो देर रात तक दीवान सजा के मनाया जा रहा है। आप संगतां ते समागम विच भी वध चढ़ हाजरी पर हरजस श्रवण कर मनुखा जन्म सफला करो। आओ अगले समय लई पवित्र बाणी दी विचार श्रवण करिए जी। वाहिगुरु जी का खालसा वाहिगुरु जी की फतेह। वाहिगुरु साहिब जी ओम। नमस्कार गुरुदेव को सतनाम जिस मंत्र सुनाया भवजल विचों कढ़ के मुकत पदार्थ माहे समाया। पिछल रातें जागना नाम दा निशनान दिड़ाए। मिठा बोलन निव चलना हथों दे कै भला मनाए। थोड़ा सवना खावना
ਥੋੜਾ ਬੋਲਣ ਗੁਰਮਤਿ ਪਾਏ, ਕਾਲ ਖਾਏ ਸੁਕ੍ਰਿਤ ਕਰੇ, ਵੱਡਾ ਹੋਏ ਨ ਆਪ ਗਣਾਏ। ਸਾਧ ਸੰਗਤ ਮਿਲ ਗਾਵਦੇ, ਰਾਤ ਦਿਹੈ ਨਿਤ ਚਲ ਚਲ ਜਾਏ। ਸ਼ਬਦ ਸੁਰਤ ਪਰਚਾ ਕਰੈ, ਸਤਿਗੁਰ ਪਰਚੈ ਮਨ ਪਰਚਾਏ। ਆਸਾ ਆਸਾ ਵਿੱਚ ਨਿਰਾਸ ਵਲਾਏ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਅਤ ਤੰਤਾ ਦੇ ਪਾਤਰ ਹਨ ਜੋ ਕਿ ਜੁਗੋ ਜੁਗ ਅਟਲ ਵਾਲੀਏ ਕੁਲ ਆਲਮ। ਚੰਦਰਾਨ ਚੰਦਰ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਸਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਅਸ਼ਟਮ ਬਲਬੀਰਾ ਬਾਲਾ ਪ੍ਰੀਤਮ ਸਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਸਾਹਿਬਾਂ ਦੇ ਪਾਵਨ ਪਵਿੱਤਰ ਸਥਾਨ ਤੇ ਮਾਣ ਰਹੇ ਹਾਂ। ਵੱਡੇ ਭਾਗਾਂ ਵਾਲੇ ਹਨ ਉਹ ਜੀਵ, ਉਹ ਗੁਰਮੁਖ ਪਿਆਰੇ, ਉਹ ਰੂਹਾਂ ਜੋ ਸਾਧ ਸੰਗਤ ਕਰਕੇ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੁੜ ਕੇ ਆਪਣੇ ਸਵਾਸਾਂ ਨੂੰ, ਇਹਨਾਂ ਘੜੀਆਂ ਨੂੰ ਸਫਲਿਆਂ ਕਰ ਰਹੇ ਹਨ। ਕੋਈ ਵੀ ਕਰਮ ਮਨੁੱਖ ਕਰਦਾ ਹੈ, ਉਸ ਕੰਮ ਦਾ ਕੋਈ ਟਾਰਗੇਟ ਹੁੰਦਾ, ਕੋਈ ਨਿਸ਼ਾਨਾ ਹੁੰਦਾ, ਕੋਈ ਮਕਸਦ ਹੁੰਦਾ ਹੈ। ਸ਼ਾਇਦ ਹੀ ਐਸਾ ਕੋਈ ਕੰਮ ਹੋਏ ਮਨੁੱਖ ਕਰਮ ਤੇ ਕਰ ਰਿਹਾ ਹੈ ਪਰ ਕੋਈ ਨਿਸ਼ਾਨੇ ਤੋਂ ਬਿਨਾਂ ਕਰਦਾ ਹੋਏ। ਭਾਵੇਂ ਕਿ ਆਪਾਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਬੱਚੇ ਸਕੂਲ ਜਾਂਦੇ ਨੇ, ਉਹਦਾ ਇੱਕ ਕਾਰਨ ਹੈ ਵੀ ਇਹ ਪੜ੍ਹਾਈ ਲਿਖਾਈ ਕਰਕੇ ਇਹ ਸੈੱਟ ਹੋ ਜਾਣ। ਕੋਈ ਦੁਕਾਨਦਾਰੀ ਕਰਦਾ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹਿੰਦਾ ਹੈ, ਉਸ ਦਾ ਇੱਕ ਕਾਰਨ ਹੈ ਵੀ ਮੇਰਾ ਪਰਿਵਾਰ, ਮੇਰਾ ਘਰ, ਮੇਰਾ ਗੁਜ਼ਾਰਾ ਚੰਗਾ ਚੱਲਦਾ ਰਹੇ, ਮੇਰੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣ। ਕੋਈ ਵਾਹੀ ਖੇਤੀ ਕਰਦਾ ਹੈ, ਜਿੱਦਣ ਪੈਲੀ ਵਿੱਚ ਬੀਜਦਾ ਹੈ ਉਸ ਦਿਨ ਤੋਂ ਅੰਦਰ ਇੱਕ ਇੰਤਜ਼ਾਰ ਹੁੰਦਾ ਹੈ ਵੀ ਫਸਲ ਪੱਕੇਗੀ, ਵੱਢਾਂਗੇ, ਵੇਚਾਂਗੇ, ਆ ਕੁਛ ਪ੍ਰਾਪਤ ਹੋਏਗਾ। ਕਹਿਣ ਤੋਂ ਭਾਵ ਕਿ ਕੋਈ ਵੀ ਕਰਮ ਮਨੁੱਖ ਕਰ ਰਿਹਾ ਹੈ, ਉਹਦਾ ਕੋਈ ਮਕਸਦ ਹੈ, ਉਹਦਾ ਕੋਈ ਨਿਸ਼ਾਨਾ, ਕੋਈ ਟਾਰਗੇਟ ਹੈ। ਠੀਕ ਇਸੇ ਪ੍ਰਕਾਰ ਇਹ ਜਿਹੜੀ ਸਾਨੂੰ ਮਨੁੱਖਾ ਦੇਹੀ ਮਿਲੀ ਹੈ, ਇਹਦਾ ਵੀ ਇੱਕ ਮਕਸਦ ਹੈ। ਦੇ ਤੇਜਣ ਜੀ ਰਾਮ ਪਾਇਆ ਰਾਮ। ਇਹ ਜਿਹੜੀ ਕਾਇਆ ਹੈ ਇੱਕ ਸਾਧਨ ਦੀ ਤਰ੍ਹਾਂ ਹੈ। ਜਿਵੇਂ ਆਪਾਂ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਂਦੇ ਹਾਂ ਤਾਂ ਕਿਸੇ ਸਾਧਨ ਦੀ ਵਰਤੋਂ ਕਰਕੇ ਜਾਂਦੇ ਹਾਂ। ਇਸ ਦੇ ਅੰਦਰ ਜੋ ਜੀਵ ਆਤਮ ਹੈ ਉਹ ਇਸ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਬਚਨ ਨੇ, ਕਾਇਆ ਇੱਕ ਸਾਧਨ ਹੈ, ਇਸ ਸਾਧਨ ਦੇ ਰਾਹੀਂ ਉਸ ਆਤਮਾ ਨੇ ਪਰਮਾਤਮਾ ਤੱਕ ਪਹੁੰਚਣਾ, ਇਹ ਦਾ ਮਕਸਦ ਹੈ ਜਿਹੜਾ ਮਨੁੱਖ ਨੇ ਵਿਸਾਰ ਦਿੱਤਾ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੇ ਇਹ ਤੇਰੀ ਬਰੀਆ। ਅਵਰ ਕਾਸ਼ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ।
ਸਾਧ ਸੰਗਤ ਵਿੱਚ ਆ ਕੇ ਨਾਮ ਜਪ ਸਿਮਰਨ ਕਰ ਉਹਦੀ ਇਬਾਦਤ ਦੇ ਵਿੱਚ ਜੁੜ। ਜਦੋਂ ਸੰਗਤ ਵਿੱਚ ਆ ਕੇ ਨਾਮ ਬਾਣੀ ਨਾਲ ਜੁੜੇਗਾ ਤੇ ਅੰਤਰ ਆਤਮੇ ਦਾ ਟਿਕਾ ਬਣੇਗਾ। ਜਿਹੜੀ ਸੰਗਤ ਹੈ ਬਹੁਤ ਜ਼ਰੂਰੀ ਹੈ। ਘਰ ਬਹਿ ਕੇ ਨਾਮ ਜਪ ਲੈਣਾ, ਬਾਣੀ ਪੜ੍ਹ ਲੈਣੀ ਚੰਗੀ ਗੱਲ ਹੈ, ਪਰ ਗੁਰਸਿੱਖ ਨੇ ਸਾਧ ਸੰਗਤ ਤੇ ਕਰਨੀ ਹੀ ਕਰਨੀ ਹੈ। ਇਸ ਲਈ ਇਹ ਮਨੁੱਖਾ ਦੇਹ ਦਾ ਮਨੋਰਥ ਇਹ ਹੈ ਕਿ ਇਹਨੇ ਪਰਮੇਸ਼ਰ ਪਰਮਾਤਮਾ ਵਿੱਚ ਅਭੇਦ ਹੋਣਾ, ਉਹਦੇ ਤੱਕ ਪਹੁੰਚਣਾ। ਬਾਣੀ ਪੜ੍ਹ ਕੇ, ਸਿਮਰਨ ਕਰਕੇ, ਸੇਵਾ ਕਰਕੇ ਮਹਿਸੂਸ ਕਰਨਾ ਚਾਹੀਦਾ ਹੈ ਇਹ ਜੋ ਜਪਜੀ ਸਾਹਿਬ ਦਾ ਪਾਠ ਅਸੀਂ ਕੀਤਾ, ਇਹ ਸਤਿਗੁਰਾਂ ਨੇ ਵੀ ਜਪਜੀ ਸਾਹਿਬ ਦਾ ਪਾਠ ਕੀਤਾ। ਇਹ ਬਾਣੀ ਤੇ ਉਹੀ ਹੈ। ਵੱਡੇ ਵੱਡੇ ਜਿਹੜੇ ਜੀਵਨ ਵਾਲੇ ਗੁਰਮੁਖ ਪਿਆਰੇ ਹੋਏ ਨੇ, ਜਪਜੀ ਸਾਹਿਬ ਦਾ ਪਾਠ ਉਹਨਾਂ ਕੀਤਾ। ਮਹਾਰਾਜ ਨੇ ਬਾਣੀ ਉਚਾਰਨ ਕੀਤੀ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਬਾਅਦ ਵਿੱਚ ਜਿਹੜੀਆਂ ਪਾਤਸ਼ਾਹੀਆਂ ਉਹ ਇਸ ਬਾਣੀ ਦਾ ਪਾਠ ਕਰਦੀਆਂ ਰਹੀਆਂ। ਅਨੇਕਾਂ ਗੁਰੂ ਕੇ ਪਿਆਰੇ, ਬਾਬਾ ਦੀਪ ਸਿੰਘ ਸਾਹਿਬ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ, ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਗੁਰਮੁਖਾਂ ਨੇ ਜਿਨ੍ਹਾਂ ਨੇ ਜੀਵਨ ਨੂੰ ਕਮਾਇਆ। ਬਾਣੀ ਤੇ ਉਹੀ ਹੈ, ਪਰ ਮਹਿਸੂਸ ਕਰਨਾ ਚਾਹੀਦਾ ਹੈ ਭਈ ਸਾਨੂੰ ਜਿਹੜਾ ਅੰਤਰ ਆਤਮੇ ਦਾ ਟਿਕਾ ਹੈ ਨਾ, ਉਹ ਕਿਉਂ ਨਹੀਂ ਮਿਲ ਰਿਹਾ। ਕਿਉਂ? ਕਿਉਂਕਿ ਆਪਾਂ ਮਕਸਦ ਭੁਲਾ ਦਿੱਤਾ, ਆਪਾਂ ਮਨੋਰਥ ਭੁਲਾ ਦਿੱਤਾ। ਇਸ ਲਈ ਸਾਧ ਸੰਗਤ ਜੀਓ, ਨਾਮ ਬਾਣੀ ਨਾਲ ਜੁੜ ਕੇ ਇਹ ਜਿਹੜੇ ਸੁਵਾਸ ਨੇ, ਇਹ ਜੋ ਜਨਮ ਹੈ, ਇਹ ਸਫਲਾ ਹੋਣਾ ਤੇ ਹੁੰਦਾ ਹੈ। ਆਓ ਲੜੀ ਅਧੀਨ ਜੋ ਵਿਚਾਰ ਚੱਲ ਰਹੀ ਹੈ, ਗੁਰੂ ਰਾਮਦਾਸ ਜੀ ਮਹਾਰਾਜ ਜੀ ਚੌਥੇ ਪਾਤਸ਼ਾਹ ਦੀ ਉਪਮਾ ਕਰਦੇ ਹੋਏ ਭੱਟ ਸਾਹਿਬਾਨਾਂ ਦੇ ਜੋ ਸਵਈਏ ਨੇ, ਉਹ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ। ਆਓ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਕਰੀਏ ਰਸਨਾ ਪਵਿੱਤਰ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਝੁਕਾਓ ਸਾਹਿਬਾਂ ਨੂੰ ਸੀਸ, ਪਾਓ ਫਤਿਹ ਨਾਲ ਸਾਂਝ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੱਟਾਂ ਦੇ ਸਵਈਏ ਜੋ ਲੜੀ ਅਧੀਨ ਵਿਚਾਰ ਚੱਲ ਰਹੀ ਹੈ। ਭੱਟ ਕਿਹਨੂੰ ਕਹਿੰਦੇ ਨੇ? ਭੱਟ ਸੂਰਮੇ ਨੂੰ ਵੀ ਕਹਿੰਦੇ ਨੇ, ਯੋਧੇ ਨੂੰ ਵੀ ਕਹਿੰਦੇ ਨੇ, ਤੇ ਭੱਟ ਜਿਹੜਾ ਉਪਮਾ ਕਰਦਾ ਉਹਨੂੰ ਵੀ ਭੱਟ ਕਹਿੰਦੇ ਨੇ। ਜਿਹੜਾ ਉਸਤਤ ਕਰਦਾ, ਜੋ ਵਡਿਆਈ ਕਰਦਾ ਹੈ, ਉਸ ਨੂੰ ਵੀ ਭੱਟ ਕਹਿੰਦੇ ਨੇ। ਜਿਸ ਵਕਤ ਭੱਟਾਂ ਦੇ ਬਾਰੇ ਆਪਾਂ ਪੜ੍ਹਦੇ ਹਾਂ ਤੇ ਇਹ ਜੋ ਭੱਟ ਸਾਹਿਬਾਨਾਂ ਦਾ ਜ਼ਿਕਰ ਆਉਂਦਾ ਹੈ, ਇਹ ਪੰਜਾਬ ਦੇ ਰਹਿਣ ਵਾਲੇ ਸਾਰਸਵਤ ਬ੍ਰਾਹਮਣ ਸਨ। ਪੰਜਾਬ ਦੇ ਰਹਿਣ ਵਾਲੇ। ਇਹ ਉਸ ਪੰਜਾਬ ਦੀ ਗੱਲ ਹੈ ਜਦੋਂ ਕਰਨਾਲ ਵੀ ਪੰਜਾਬ ਦਾ ਹਿੱਸਾ ਹੁੰਦਾ ਸੀ। ਇਹ ਉਸ ਪੰਜਾਬ ਦੀ ਗੱਲ ਹੈ ਜਿਹੜਾ ਪਾਕਿਸਤਾਨ ਵਾਲਾ ਪੰਜਾਬ ਹੈ, ਉਹ ਵੀ ਪੰਜਾਬ ਹੁੰਦਾ ਸੀ। ਇਹ ਉਸ ਪੰਜਾਬ ਦੀ ਗੱਲ ਹੈ ਜਿਹੜਾ ਬੀਕਾਨੇਰ ਤੱਕ ਹੁੰਦਾ ਸੀ, ਇੱਥੋਂ ਲੈ ਕੇ ਦਰਾ ਖੈਬਰ ਤੱਕ। ਪੰਜਾਬ ਇੱਕ ਦੇਸ਼ ਦਾ ਨਾਮ ਹੈ, ਨਾ ਕਿ ਸਟੇਟ ਦਾ ਨਾਮ। ਸਿੱਖਿਆ ਰੋ ਵਿਚਾਰ। ਭੱਟ ਸਾਹਿਬਾਨਾਂ ਦਾ ਜਦੋਂ ਆਪਾਂ ਜ਼ਿਕਰ ਪੜ੍ਹਦੇ ਹਾਂ ਤਾਂ ਗੁਰਮੁਖ ਪਿਆਰਿਆਂ ਨੇ ਲਿਖਿਆ ਹੈ ਕਿ ਇਹ ਸਾਰਸਵਤ, ਸਾਰਸਵਤ ਤੋਂ ਭਾਵ ਕਿ ਸਰਸਵਤੀ ਦੇ ਕਿਨਾਰੇ ਦੇ ਵਸਨੀਕ, ਜਿਨ੍ਹਾਂ ਨੂੰ ਜਿਵੇਂ ਅਜੋਕੇ ਸਮੇਂ ਦੀ ਗੱਲ ਕਰੀਏ, ਕਰਨਾਲ ਵਾਲੇ ਪਾਸੇ ਜਮਨਾ ਤੋਂ ਉਰਾਂ ਜਿਹੜੇ ਉਹਨਾਂ ਨੂੰ ਸਾਰਸਵਤ ਕਿਹਾ ਜਾਂਦਾ ਸੀ, ਜਿਹੜੇ ਪਰਾਂ ਯੂਪੀ ਵਾਲੇ ਪਾਸੇ ਉਹਨਾਂ ਨੂੰ ਗੋੜ ਕਿਹਾ ਜਾਂਦਾ ਸੀ। ਤਾਂ ਇਹ ਜੋ ਭੱਟ ਸਾਹਿਬਾਨ ਨੇ, ਭੱਟ ਭਿੱਖਾ ਜੀ ਤੀਜੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਆਏ ਸਨ ਸਭ ਤੋਂ ਪਹਿਲਾਂ, ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਭੱਟ ਭਿੱਖਾ ਜੀ ਦਾ ਜ਼ਿਕਰ ਤੀਜੇ ਪਾਤਸ਼ਾਹ ਦੇ ਹਜ਼ੂਰੀ ਸਿੱਖਾਂ ਵਿੱਚ ਕੀਤਾ ਹੈ। ਭਿੱਖਾ ਟੋਡਾ ਭੱਟ ਦੋਏ, ਧਾਰੂ ਸੂਦ ਮਹਿਲ ਤਿਸ ਭਾਰਾ। 1399 ਤੋਂ ਲੈ ਕੇ 1409 ਅੰਗ ਤੱਕ ਭੱਟ ਸਾਹਿਬਾਨਾਂ ਦੇ 123 ਸਵਈਏ ਨੇ। ਇਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਭੱਟ ਭਗੀਰਥ ਨਾਲ ਜਾ ਕੇ ਮਿਲਦਾ ਹੈ। ਉਹਦੀ
ਭੱਟ ਭਗੀਰਥ ਦੀ ਕੁੱਲ ਵਿੱਚੋਂ 6ਵੇਂ ਥਾਂ ਤੇ ਭੱਟ ਰਈਆ ਜੀ ਹੋਏ ਨੇ। ਤੇ ਜਿਹੜਾ ਭੱਟ ਰਈਆ ਸੀ ਉਹਦੇ ਪੁੱਤਰ ਸਨ ਭਿੱਖਾ, ਸੇਖਾ, ਤੋਖਾ, ਗੋਖਾ, ਚੋਖਾ ਤੇ ਟੋਡਾ। 6 ਪੁੱਤਰ ਸਨ ਉਹਦੇ। ਤੇ ਜਿਹੜਾ ਭੱਟ ਭਿੱਖਾ ਇਹਦੇ ਅੱਗੇ 3 ਪੁੱਤਰ ਸਨ, ਜਾਲਪ, ਕੀਰਤ ਤੇ ਨਲ। ਆਪਾਂ ਸਵਈਆ ਪੜ੍ਹਦੇ ਹਾਂ, ਇੱਕ ਅਰਦਾਸ ਭਾਟ ਕੀਰਤ ਕੇ ਗੁਰ ਰਾਮਦਾਸ ਰਾਖੋ ਸਰਨਾਈ। ਉਹ ਜੋ ਕੀਰਤ ਆਇਆ ਨਾ, ਕੀਰਤ ਭੱਟ ਸਾਹਿਬਾਨ ਦਾ, ਭੱਟ ਜੀ ਦਾ ਨਾਮ ਹੈ। ਉਹ ਬੇਨਤੀ ਕਰ ਰਹੇ ਨੇ, ਹੇ ਗੁਰੂ ਰਾਮਦਾਸ ਜੀ ਮਹਾਰਾਜ ਜੀ, ਸੱਚੇ ਪਾਤਸ਼ਾਹ ਜੀ, ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖੋ, ਸਾਨੂੰ ਆਪਣੇ ਚਰਨਾਂ ਦੇ ਨੇੜੇ ਰੱਖੋ। ਤਾਂ ਭੱਟ ਸਾਹਿਬਾਨ ਇਸ ਪ੍ਰਕਾਰ ਭੱਟ ਭਿੱਖਾ ਜੀ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਹਜ਼ੂਰੀ ਸਿੱਖਾਂ ਦੇ ਵਿੱਚ ਵੀ ਕੀਤਾ ਹੈ। ਤਾਂ ਭੱਟ ਮੈਂ ਬੇਨਤੀ ਕਰ ਰਿਹਾ ਸਾਂ, ਸਾਰਸੂ ਤੋਂ ਭਾਵ ਸਰਸਵਤੀ ਦੇ ਕਿਨਾਰੇ ਦੇ ਵਸਨੀਕ। ਜਿਸ ਵਕਤ ਇਹਦਾ ਇੱਕ ਹੋਰ ਇਤਿਹਾਸਕ ਹਵਾਲਾ ਹੈ, ਜਦੋਂ ਆਪ ਜੀ ਕਰਨਾਲ ਵੱਲ ਜਾਓ ਤੇ ਤਰਾਵੜੀ ਅਸਥਾਨ ਹੈ ਗੁਰਦੁਆਰਾ ਸੀਸਗੰਜ ਸਾਹਿਬ। ਜਿਸ ਦਿਨ ਭਾਈ ਜੈਤਾ ਜੀ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸੀਸ ਲੈ ਕੇ ਗਏ, ਤੇ ਜਿਹੜਾ ਉੱਥੇ ਗੁਰੂ ਕਾ ਪਿਆਰਾ ਸੀ ਧੋਬੀ ਭਾਈ ਦੇਵਾ ਰਾਮ, ਉਹ ਵੀ ਗੁਰੂ ਘਰ ਦਾ ਪ੍ਰੇਮੀ ਸੀ। ਤੇ ਉਸ ਵਕਤ ਚਲੋ ਜਿਵੇਂ ਵੀ, ਭਾਵੇਂ ਚਾਦਰ ਵਿੱਚ, ਟੋਕਰੇ ਵਿੱਚ, ਕਿਸੇ ਵੀ ਤਰੀਕੇ ਉਹਨਾਂ ਨੇ ਸੀਸ ਸੰਭਾਲਿਆ ਹੋਇਆ ਸੀ। ਤੇ ਜਦੋਂ ਪਾਣੀ ਲੱਗੇ ਨਾ ਪੀਣ, ਤੇ ਧੋਬੀ ਉਹ ਸਰਸਵਤੀ ਇਹ ਜਿਹੜਾ ਵਾਇਆ ਸੀ ਉੱਥੋਂ ਵਹਿੰਦੀ ਹੁੰਦੀ ਸੀ। ਉੱਥੇ ਨਦੀ ਤੇ ਉਹ ਕੱਪੜੇ ਧੋ ਰਿਹਾ ਤੇ ਵੇਖਦਾ ਹੈ ਵੀ ਜਿਹੜਾ ਕੋਈ ਗੁਰੂ ਕਾ ਪਿਆਰਾ ਹੈ, ਇਹ ਪਾਣੀ ਵੀ ਪੀਂਦਾ ਹੈ ਤੇ ਚਿਹਰੇ ਤੋਂ ਲੱਗਦਾ ਹੈ ਵੀ ਇਹਨੇ ਕੋਈ ਨਾ ਬੜੀ ਵਡਮੁੱਲੀ ਤੇ ਅਣਮੁੱਲੀ ਵਸਤੂ ਕੋਈ ਸੰਭਾਲੀ ਹੋਈ ਹੈ। ਤੇ ਉਹਨਾਂ ਪੁੱਛ ਲਿਆ, ਭਾਈ ਤੂੰ ਕੌਣ ਹੈ ਤੇ ਕਿੱਥੋਂ ਆਇਆ ਹੈ? ਇਹ ਭੱਟ ਸਾਹਿਬਾਨਾਂ ਦਾ ਮੈਂ ਜ਼ਿਕਰ ਕਰ ਰਿਹਾ। ਸਰਸਵਤੀ ਦੇ ਕਿਨਾਰੇ ਦੇ ਵਸਨੀਕ ਸਨ। ਤਾਂ ਜਿਸ ਵਕਤ ਉਹਨਾਂ ਦੱਸਿਆ ਤੇ ਉਹ ਆਪਣੇ ਘਰ ਲੈ ਗਏ, ਜਿੱਥੇ ਭੋਰਾ ਸਾਹਿਬ ਸਥਾਨ ਹੈ। ਜਦੋਂ ਲੈ ਕੇ ਗਏ, ਭਾਈ ਦੇਵਾ ਰਾਮ ਮਹਾਰਾਜ ਜੀ ਜਦੋਂ ਦਿੱਲੀ ਆਏ ਨੇ, ਆਉਣ ਲੱਗੇ ਦਰਸ਼ਨ ਦੇ ਕੇ ਆਏ ਨੇ, ਤੇ ਉਹ ਗੁਰੂ ਕਾ ਪਿਆਰਾ ਸਤਿਗੁਰਾਂ ਦਾ ਸਿੱਖ ਸੀ, ਗੁਰੂ ਘਰ ਦਾ ਪ੍ਰੇਮੀ ਸੀ। ਤੇ ਮਹਾਰਾਜ ਜੀ ਨੂੰ ਬੇਨਤੀ ਕਰਦਾ, ਪਾਤਸ਼ਾਹ ਜੀ ਮੇਰੇ ਘਰ ਆਓ। ਤੇ ਸਾਹਿਬ ਨੇ ਸਹਿਜ ਸੁਭਾਏ ਬਚਨ ਕੀਤੇ ਸਨ, ਜਾਂਦੇ ਹੋਏ ਤੁਹਾਡੇ ਘਰ ਹੋ ਕੇ ਜ਼ਰੂਰ ਜਾਵਾਂਗੇ। ਤੇ ਉਹ ਉਡੀਕ ਵਿੱਚ ਵੀ ਸੀ। ਉਹਨੇ ਪੁੱਛ ਵੀ ਲਿਆ, ਭਾਈ ਜੇ ਤੂੰ ਦਿੱਲੀੋਂ ਆਇਆ ਹੈ ਤੇ ਤੈਨੂੰ ਪਤਾ ਹੋਣਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬਾਰੇ ਕੋਈ ਗੱਲ ਸੁਣੀ ਹੈ? ਤੇ ਉਹ ਕਹਿਣ ਲੱਗੇ, ਚੱਲ ਤੇਰਾ ਘਰ ਕਿੱਥੇ ਹੈ? ਜਿੱਥੇ ਭੋਰਾ ਸਾਹਿਬ ਸਥਾਨ ਹੈ ਉੱਥੇ ਲੈ ਕੇ ਆ ਗਏ। ਤੇ ਉਹਨਾਂ ਨੇ ਨਾ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਲਈ ਇੱਕ ਪੀੜਾ ਤਿਆਰ ਕੀਤਾ ਸੀ, ਬੜਾ ਸੋਹਣਾ। ਚਾਦਰ ਤਿਆਰ ਕੀਤੀ, ਹੋਰ ਜਿਹੜੀਆਂ ਭੇਟਾਵਾਂ ਸਨ ਉਹ ਤਿਆਰ ਕੀਤੀਆਂ ਸਨ। ਜਿਸ ਵਕਤ ਲੈ ਕੇ ਗਏ ਤੇ ਭਾਈ ਜੈਤਾ ਜੀ ਕਹਿੰਦੇ ਨੇ, ਲਿਆਓ ਜੋ ਮਹਾਰਾਜ ਦੀਆਂ ਭੇਟਾਵਾਂ ਤਿਆਰ ਕੀਤੀਆਂ ਨੇ। ਉਹਨਾਂ ਨੂੰ ਇਹ ਹੈ ਵੀ ਪਤਾ ਨਹੀਂ ਹੁਣ ਇਹ ਕੋਲ ਕੀ ਹੈ। ਤੇ ਜਿਸ ਵਕਤ ਮਹਾਰਾਜ ਜੀ ਦਾ ਸੀਸ ਭਾਈ ਜੈਤਾ ਜੀ ਨੇ ਰੱਖਿਆ ਤਾਂ ਨੇਤਰਾ ਚੋਂ ਨੀਰ ਵਹਿ ਤੁਰਿਆ, ਪਾਤਸ਼ਾਹ ਜੀ ਸਾਡੇ ਘਰ ਤੇ ਆਏ, ਪਰ ਕਿਹੜੇ ਰੂਪ ਵਿੱਚ ਆਏ? ਮਹਾਰਾਜ ਜੀ ਆਉਂਦੇ ਸਹਿਜ ਸੁਭਾਏ ਬਚਨ ਕਰਕੇ ਆਏ ਸਨ, ਜਾਂਦੇ ਹੋਏ ਤੇਰੇ ਘਰ ਹੋ ਕੇ ਜਾਵਾਂਗੇ। ਅਰਦਾਸ ਵਿੱਚ ਆਪਾਂ ਪੜ੍ਹਦੇ ਹਾਂ, ਤੇਗ ਬਹਾਦਰ ਸਿਮਰਿਆ ਘਰ ਨਉ ਨਿਦਾਵੈ ਧਾਏ, ਸਭ ਥਾਈ ਹੋਏ ਸਹਾਏ। ਜਿੱਥੇ ਵੀ ਕੋਈ ਯਾਦ ਕਰਦਾ, ਕੋਈ ਚੇਤੇ ਕਰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ, ਹਰ ਥਾਂ ਸਹਾਈ ਹੁੰਦੇ ਨੇ। ਜੇ ਭਾਈ ਮੱਖਣ ਸ਼ਾਹ ਨੇ ਬੇਨਤੀ ਕੀਤੀ, ਮਹਾਰਾਜ ਜੀ ਡੁੱਬਦਾ ਬੇੜਾ ਮੇਰਾ ਪਾਰ ਲਾਓ, ਤੇ ਸਾਹਿਬ ਸਹਾਈ ਹੋਏ, ਕਿਰਪਾ ਕੀਤੀ, ਉਹਦਾ ਬੇੜਾ ਪਾਰ ਲਾਇਆ। ਬਸ ਇੱਕ ਫਰਕ ਹੈ ਵੀ ਸਾਨੂੰ ਉਵੇਂ ਅਰਦਾਸ ਕਰਨੀ ਆ ਜਾ ਜਿਵੇਂ ਭਾਈ ਮੱਖਣ ਸ਼ਾਹ ਨੇ ਕੀਤੀ ਸੀ। ਸਾਡਾ ਟਿਕਾ ਉਵੇਂ ਦਾ ਬਣ ਜਾਏ, ਅਸੀਂ ਸਤਿਗੁਰਾਂ ਨੂੰ ਯਾਦ ਉਵੇਂ ਕਰ ਸਕੀਏ ਜਿਵੇਂ ਉਹਨਾਂ ਨੇ ਕੀਤਾ ਸੀ। ਤਾਂ ਜੋ ਮੈਂ ਬੇਨਤੀ ਕਰ ਰਿਹਾ ਸਾਂ, ਇਸ ਪ੍ਰਕਾਰ ਜਿਹੜੇ ਭੱਟ ਸਾਹਿਬਾਨ ਨੇ
ਉਹ ਇਸ ਪਰਗਣੇ ਇਸ ਇਲਾਕੇ ਦੇ ਵਸਨੀਕ ਸਨ ਤਾਂ 123 ਸਵਈਏ ਨੇ ਅੱਜ ਦੀ ਪਾਵਨ ਵਿਚਾਰ ਦੇ ਅੰਦਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਉਪਮਾ ਕਰਦੇ ਹੋਏ ਸਾਹਿਬੇ ਕਿਰਪਾ ਰਹਿਮਤ ਬਖਸ਼ਿਸ਼ ਕਰਦੇ ਨੇ। ਰਾਜ ਜੋਗ ਤਖਤ ਦੀਨ ਗੁਰ ਰਾਮਦਾਸ। ਇੱਕ ਰਾਜ ਹੈ, ਇੱਕ ਜੋਗ ਹੈ। ਗੁਰੂ ਰਾਮਦਾਸ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ, ਰਾਜ ਵੀ ਦੇ ਦਿੱਤਾ ਤੇ ਜੋਗ ਵੀ ਦੇ ਦਿੱਤਾ। ਹੁਣ ਇੱਕ ਦੁਨਿਆਵੀ ਰਾਜ ਹੈ। ਰਾਜ ਤੋਂ ਕੀ ਭਾਵ ਹੈ? ਰਾਜ ਤੋਂ ਜਾਂ ਰਾਜੇ ਤੋਂ ਜਾਂ ਬਾਦਸ਼ਾਹ ਤੋਂ ਇਹ ਭਾਵ ਹੈ ਵੀ ਉਹ ਜੋ ਚਾਹੇ ਉਹ ਕਰ ਸਕਦਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਤੁਹਾਡੇ ਦਰ ਤੇ ਜਿਹੜੀ ਵੀ ਕੋਈ ਕਾਮਨਾ ਲੈ ਕੇ ਗਿਆ ਤੁਸੀਂ ਉਹਦੀ ਪੂਰੀ ਕਰ ਦਿੱਤੀ। ਜਿਵੇਂ ਦੀ ਕੋਈ ਇੱਛਾ ਲੈ ਕੇ ਗਿਆ ਤੁਸੀਂ ਉਹ ਪੂਰੀ ਕਰ ਦਿੱਤੀ। ਤੇ ਇਹ ਜਿਹੜਾ ਰਾਜ ਹੈ ਇਹ ਅਟਲ ਰਾਜ ਹੈ। ਇੱਕ ਬਾਹਰੀ ਤੌਰ ਤੇ ਸੰਸਾਰੀ ਰਾਜ ਨੇ, ਉਹ ਕੁਝ ਸਮੇਂ ਦੇ ਲਈ ਬਾਦਸ਼ਾਹ ਰਾਜਾ ਬਣਦਾ ਹੈ, ਕੁਝ ਸਮੇਂ ਬਾਅਦ ਫਿਰ ਕੋਈ ਹੋਰ ਆ ਜਾਂਦਾ ਹੈ। ਜ਼ਰੂਰੀ ਨਹੀਂ ਜਿਹੜਾ ਸੰਸਾਰੀ ਤੌਰ ਤੇ ਰਾਜਾ ਹੈ ਉਹ ਸਾਰਿਆਂ ਨੂੰ ਸੁੱਖ ਦੇ ਸਕੇ। ਉਹ ਤਾਂ ਸਗੋਂ ਸੋਚੇਗਾ ਵੀ ਜਿਹੜਾ ਕੋਈ ਗਰਾਈ ਖਾਂਦਾ ਤੇ ਮੂੰਹ ਚੋਂ ਮੈਂ ਕੱਢ ਕਿਸੇ ਤਰ੍ਹਾਂ ਲਵਾਂ, 2-4 ਟੈਕਸ ਹੋਰ ਕੋਈ ਨਾ ਕੋਈ ਲਾ ਦਿਆਂ। ਪਰ ਜਿਹੜਾ ਇਹ ਰਾਜ ਹੈ ਇਹ ਅਟਲ ਰਾਜ ਹੈ। ਰਾਜ ਤੋਂ ਭਾਵ ਭਈ ਸਮੇਂ ਦਾ ਰਾਜਾ, ਸਮੇਂ ਦਾ ਬਾਦਸ਼ਾਹ, ਉਹ ਜੋ ਚਾਹੇ ਕਰ ਸਕਦਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਤੁਹਾਡਾ ਰਾਜ ਅਟਲ ਰਾਜ ਹੈ। ਜਿਹੜੀ ਕੋਈ ਇੱਛਾ, ਜਿਹੜੀ ਕੋਈ ਕਾਮਨਾ ਲੈ ਕੇ ਗਿਆ ਤੁਸੀਂ ਉਹ ਪੂਰੀ ਕਰ ਦਿੱਤੀ। ਗੁਰੂ ਰਾਮਦਾਸ ਜੀ ਮਹਾਰਾਜ ਜੀ ਪਾਤਸ਼ਾਹ ਜੀ ਦਾ ਜੀਵਨ ਸੇਵਾ ਤੇ ਸਿਮਰਨ ਅਤੇ ਨਿਮਰਤਾ ਦੇ ਪੁੰਜ। ਕਈ ਵਾਰ ਐਸਾ ਹੁੰਦਾ ਹੈ ਕਿਸੇ ਦੇ ਜੀਵਨ ਵਿੱਚ ਕੋਈ ਘਟਨਾ ਵਾਪਰ ਜਾਏ, ਮਨੁੱਖ ਕਹਿੰਦਾ ਵੀ ਹੁਣ ਟੁੱਟ ਜਾ ਗਏ ਆ, ਕੋਈ ਹਿੰਮਤ ਨਹੀਂ ਰਹਿ ਗਈ ਕੰਮ ਕਰਨ ਦੀ। ਹੁਣ ਤੇ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਖਤਮ ਜਾ ਹੋ ਗਏ ਆ, ਮੁੱਕ ਜਾ ਗਏ ਆ। ਪਰ ਜਦੋਂ ਐਵੇਂ ਲੱਗੇ ਨਾ ਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਯਾਦ ਕਰ ਲੈਣਾ ਚਾਹੀਦਾ ਹੈ। ਸੰਸਾਰ ਦੇ ਲੋਕ ਆਪਣੇ ਬੱਚਿਆਂ ਨੂੰ ਲਾਹੌਰ ਦੀਆਂ ਗਲੀਆਂ ਵਿੱਚ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਦੇ ਨਾਲ ਖੇਡਣ ਨਹੀਂ ਸਨ ਦਿੰਦੇ ਹੁੰਦੇ, ਕਿਉਂਕਿ ਬਾਲੜੀ ਉਮਰੇ ਮਾਤਾ ਪਿਤਾ ਚੜ੍ਹਾਈ ਕਰ ਗਏ। ਤੇ ਸਮਾਜ ਇਸ ਤਰ੍ਹਾਂ ਹੈ, ਆਪਾਂ ਬੜੀ ਛੇਤੀ ਕੋਈ ਨਾ ਕੋਈ ਟੈਗ ਲਾ ਦਿੰਦੇ ਆ। ਕਿਸੇ ਨੇ ਕਹਿ ਦਿੱਤਾ ਵੀ ਇਹ ਆਪਾਂ ਗਏ, ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ। ਗੁਰੂ ਰਾਮਦਾਸ ਜੀ ਮਹਾਰਾਜ ਜੀ ਪਾਤਸ਼ਾਹ ਜੀ ਦੇ ਪਿਤਾ ਜੀ ਨੇ ਜਦੋਂ ਚੜ੍ਹਾਈ ਨਿਸ਼ਨ ਕੀਤੇ, ਇੱਕ ਦਿਨ ਸਹਿਜ ਸੁਭਾਏ ਬਚਨ ਕੀਤੇ। ਬਚਨ ਕੀ ਕੀਤੇ? ਖੇਲਣ ਕੇ ਦਿਨ ਖੇਲ ਗਏ ਹੈ, ਯਾਤੇ ਬਚ ਮੈਂ ਤੋਹੇ ਕਹੇ ਹੈ। ਕਿ ਤੁਹਾਡੇ ਖੇਡਣ ਵਾਲੇ ਦਿਨ ਖੇਡ ਗਏ ਨੇ, ਤੁਸੀਂ ਵੱਡੇ ਹੋ ਗਏ ਹੋ ਤੇ ਕੋਈ ਕੰਮ ਕਰ ਕਰਿਆ ਕਰੋ। ਚਲੋ ਉੱਥੇ ਵੀ ਕੋਈ ਸਮਾਂ ਘੁੰਗਣੀਆਂ ਵੇਚੀਆਂ, ਸਮਾਂ ਆਪਣੇ ਚਾਲੇ ਚੱਲਦਾ ਗਿਆ। ਮਾਤਾ ਪਿਤਾ ਚੜ੍ਹਾਈ ਕਰ ਗਏ ਤੇ ਬਾਸਰ ਕੇ ਤੋਂ ਨਾਨੀ ਗਈ। ਰਿਸ਼ਤੇਦਾਰੀਆਂ ਬੜੀਆਂ ਨੇ, ਸਾਕ ਸੰਬੰਧ ਸੰਸਾਰ ਤੇ ਬੜੇ ਨੇ, ਪਰ ਸਾਧ ਸੰਗਤ ਜੀਓ ਜਿਹੜਾ ਸਿੱਖ ਆਂਦਰਾਂ ਦੇ ਸਾਕ ਨੂੰ ਪੈਂਦਾ ਉਹ ਦੂਜੇ ਨੂੰ ਨਹੀਂ ਪੈਂਦਾ। ਜਿਹੜੇ ਆਂਦਰਾਂ ਦੀ ਖਿੱਚ ਹੈ ਨਾ, ਜਿਹੜੀ ਉਹ ਆਂਦਰਾਂ ਨੂੰ ਪੈਂਦੀ ਹੈ ਉਹ ਕਿਸੇ ਹੋਰ ਨੂੰ ਨਹੀਂ ਪੈਂਦੀ। ਬਾਸਰ ਕੇ ਤੋਂ ਨਾਨੇ ਗਏ, ਉਹਨਾਂ ਸੋਚਿਆ ਭਈ ਮੈਂ ਜਾ ਕੇ ਇੱਥੇ ਆਪਣੇ ਕੋਲ ਹੀ ਲੈ ਆਵਾਂ। ਜਿਸ ਵਕਤ ਗਈ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਕਹਿਣ ਲੱਗੇ, ਬੇਟਾ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਦਾ ਖਰਚ ਬੜਾ ਸਸਤਾ ਹੈ ਤੇ ਚੱਲ ਆਪਾਂ ਬਾਸਰ ਕੇ ਚਲੀਏ। ਕਿਸੇ ਦਾ ਝਾੜੂ ਪੋਚਾ ਕੱਤਣਾ ਪੈਣਾ ਕੁਛ ਮੈਂ ਕਰਾਂਗੇ, ਕੋਈ ਛੋਟਾ ਮੋਟਾ ਕੰਮ ਤੂੰ ਕਰੀਂ ਤੇ ਸਾਡਾ ਜਿਹੜਾ ਇਹਨਾਂ ਗੁਜ਼ਾਰਾ ਚੱਲੀ ਜਾਏਗਾ। ਹੁਣ ਲਾਹੌਰ ਦੇ ਵਿੱਚ ਬੜੀ ਬਲਾਦਰੀ ਵਸਦੀ ਸੀ, ਬੜੇ ਜੀ ਵਸਦੇ ਸਨ। ਇਹ ਗੱਲ ਸਮਾਜ ਤੇ ਭਾਰੂ ਹੈ ਕਿ ਜਿਵੇਂ ਜਿਵੇਂ ਮਨੁੱਖ ਅਗਾਂਹ ਵੱਧਦਾ ਹੈ, ਜਿਹਨੂੰ 4 ਜਣੇ ਸਲਾਮ ਕਰਦੇ ਨੇ ਉਹਦੇ ਨਾਲ ਸਾਰੇ ਹੋ ਤੁਰਦੇ ਨੇ। ਤੇ ਜੇ ਕਿਸੇ ਕਾਰਨ ਵਸ
समाज दे विच कोई पिछे रह गया, कोई घटना एवें दी वापर गई, फिर जड़े अपने ने वो भी कह देंदे ने भी नहीं ये साडा नहीं है। तो समा एवें दा आया, नानी गई, महाराज जी नूं नाल लिया। सत्संगत जी किवें दा समा होएगा जेड़े घर विच धी नूं विआह के भेजिया होए उस घर नूं हत्थी जंदरा मारना पै जाए, उस मां वास्ते एडू वड्डा दुख की हो सकता है। जेड़े घर विच धी नूं विआह के भेजिया उस घर नूं हत्थी जंदरा मारना पै जाए। सब तो वड्डा जिहड़ा दुख है औलाद दा दुख है। बंदे दे बच्चे सैट ने, कारोबार सैट है, उन्होंने माड़ा मोटा कोई शरीरक दुख तकलीफ या महसूस नहीं हुंदी भाई मैं ठीक हाँ। जेकर औलाद दुखी है तो भावें उन्हें सारी उम्र बड़ा कमाया बड़ा किया है, पर उहदे अंदर एक गल ना उन्होंने खांदी रहिंदी है कि जेड़े मेरे बच्चे ने सैट नहीं। बड़ा वड्डा दुख है औलाद दा दुख। महाराज जी नूं नाल लिया ते दरवाजा बंद कर दी है ते अपने जवाई बाबा हरदास जी नूं याद कर दी है ते कहिंदी है लै बेटा हरदास ये तेरे घर दा जंदरा हुण नेमत नाल खुलेगा, कुदरत नाल खुलेगा, क्योंकि अजे छोटा जिहा बच्चा है, इनू मैं लैके चली हाँ, वड्डा होएगा, विआवांगे, की होएगा कि नहीं वाहिगुरू जानदा है। लैके आ गए ते आके की केता घुंगणियां उबाल के देंदे ने। बासर के दियां गलियां विच गुरु रामदास जी महाराज जी सच्चे पातशाह जी हौका देंदे ने। कोई गली विच भुखा साध बैठा सी तो कहन लगा मैनू भुख बड़ी लगी है, लियाओ मैनू घुंगणियां दे दिओ। महाराज जी ने कोई 2-4 बुक्कां दे दित्तियां, निक्के निक्के हथ, ते साधु कहन लगा भई मैनू भुख बड़ी लगी है, तेरे हथ निक्के निक्के ने ते मेरा इन्नियां कु नाल की बनना है। साहब ने बचन किते फिर झोली कर। उन्हें जो गल कुड़ता कमीज पाया सी उन्हें झोली की। महाराज जी ने चंगेर घुंगणियां दी झोली च लुद के घर आ गए। घर आ गए ते नानी दा पुछना सुभाविक सी, बेटा घुंगणियां कोई भी नहीं ते वट के की लियाया, वटक किथे है। मां अज एक भुखा साधु मिल पिया सी ते मैं जड़ियां घुंगणियां ओदी झोली च पाया उन्होंने दे आया। ते वडेरी नानी ने कहा बेटा एवें किवें काम चलेगा, आखिर नूं ते कणक भी मुल दी है ना, ते कणक लियांगे ते फिर तेनू घुंगणियां वाल के देंगी। ते साहब ने बचन कीते सन, अज दी खास करके नौजवान पीढ़ी नूं यह गल पल्ले बननी चाहिए है। सानू कोई माड़ा जिहा कह दे भी तू कख नहीं कर सकदा, जे बंदे ने कोई काम करना वो छड्ड के बह जांदा है भी मैं हुण कुछ नहीं कर सकदा। वो जे कर ते सकदा पर उन्हें ढेरी ढा दित्ती भी जे नहीं तो मैं नहीं कर सकदा। साहब ने फिर जड़े बचन कीते सन ना, जदों मां ने कहा सी कि जे पैसे तो बिना काम किवें चलेगा, गुरु रामदास जी महाराज जी ने बचन कीते ते कहन लगे मां जे रब ने मूँह एक लाया तो उन्हें हथ 2 दिते ने, ये 2 हथ इन्ना भी ना कमा सकणगे भी एक मूँह ही भर लैण। ते नानी दियां अखां भर आईयां ते कहंदी हे अकाल पुरख वाहिगुरू जिगरा तू बादशाह वाला दिता ते देण नूं कख भी ना दिता। जिगरा तू बादशाह वाला दिता ते देण नूं कख भी ना दिता। वंड के छकना होए सही, मनुख तिल भी वंड के छक सकदा है, ते जे वंड के छकना ही नहीं फिर रब ने बड़ा दिता, किसी गल दा घाट नहीं, फिर आपां कल्पदियां ही रहना भी मेरे कोल आ भी नहीं, मैनू आ भी नहीं मिलिया, मैनू आ भी नहीं मिलिया। इसलिए गुरु रामदास जी महाराज जी पातशाह जी फिर जदों तीजे पातशाह जी दे कोल आउंदे ने, नानी नाल आउंदी है, आके नमस्कार कीते ते तीजे पातशाह गुरु अमरदास जी महाराज जी ने ना सिर ते हथ रख दिता। सिर ते हथ रख दिता ते नानी कोल बैठी सी तो उन्हें हथ जोड़ लै, कहन लगी पातशाह जी किरपा करिया जे जिहड़ा हथ सिर ते रखिया ना हुण चुकिया जे ना। इस दुनिया विच मेरे तो बिना इहदा कोई नहीं, ते मैं अत दी वडेरी हाँ, मेरा भरोसा कोई नहीं, मैं अज आके कल हाँ। उत्थे फिर महाराज जी ने सेवा की। सेवा करदियां करदियां एक दिन वो आया जदों आपस विच सिखां विच विचार चल पे। किसी ने कहा
कि तीजे पातशाह गुरु अमरदास जी जिहड़ी गुरियाई है ना भाई रामा जी नूं देणगे, कोई कहे गुरु रामदास जी महाराज जी नूं देणगे। सिखां ने बेनती कर दित्ती, पातशाह जी साडे विच विचार चलदी, आप जी किरपा करो। तां महाराज जी ने किरपा कीती। तीजे पातशाह गुरु अमरदास जी महाराज जी इतिहासकारां लिखिया साहिब दा मधरा कद से ते हत्थ विच सोटा रखदे हुंदे सन। जदों सिखां विच विचार चले ते बौली साहिब दे कोल जाके महाराज ने सोटे नाल लकीरां खिच दित्तियां ते कह दित्ता भी इत्थे थड़े बनाओ। थड़े बनदे गए, ढवांदे गए। वो थड़े नहीं सन, वो ते प्रीखिया सी। ते जिहड़ा भाई रामा सी ना, कहण लगे पातशाह जी, पिता जी, ये थड़े तो उवें ही बने ने जिवें तुसीं कहा सी, पर असीं करिए कि तुहानूं गल करके चेता भुल जांदा, तुसीं सतरे बतरे गए हो, साडा कोई कसूर नहीं। ते जदों गुरु रामदास जी महाराज जी पातशाह जी दे कोल गए ते साहिब ने बचन कीते, ये थड़े उवें नहीं बने जिवें असीं कहे सन। ते साहिब ने हथ जोड़ लै ते बेनती कीती, पातशाह जी किरपा करो, सानू उवें दी मत दे दिओ जिवें दा थड़ा तुहानू चंगा लगदा असीं उवें दा बना सकीए। अज दे समय दे विच मत्था टेकदे आपां नमस्कार करने आ, पर महाराज तो कोई विरला ही है जिहड़ा मत सुमत मंगदा होवे। महाराज जी किरपा करो, साडा जीवन उवें दा बन जाए जिवें दा तुहानू चंगा लगदा है। साडा जिहड़ा जीवन है तुहाडे बचनां दे, तुहाडे उपदेश दे अनुसार ही हो जाए। साडा जिहड़ा जीवन है उहदे विच बड़ी निर्मलता है, बड़ा सहज, बड़ा संतोख आ जाए। आपां वख-वख चीज़ां मंगने आ, चलो मंगना गुरु तो ही है, आपां वख-वख मंगने आ, महाराज जी सानू आ भी दात दे दिओ, आ भी चीज़ दे दिओ। पर गुरमुख प्यारे विद्वान कहिंदे ने इक्को ही गल मंग लैनी चाहिदी है, महाराज जी किरपा करो, उहदे विच सारा कुछ आ गया। महाराज जी अपने दरों घरों नाम बाणी दी, नाम दी दात बख्श दिओ, उहदे विच ही सारा कुछ आ गया। ते नाम मनुख किहदा लैंदा है? जिहदे नाल उहनूं प्रेम होएगा। संसारी तौर ते वेखो, एक मनुख ऐसा है जिहड़ा ना बार बार दिन विच एक बंदे दा कई बार जिक्र कर दिंदा है, फलाना बड़ा भला पुरख है, फलाना बड़ा चंगा है, बड़ा नेक है। ते आम कह दिता जाता है भई ये जिहड़ा बंदा है ये तो ना फलाने दे सोले ही गाउंदा रहिंदा, भी जदों वेखो उहदा ही नां लैंदा है। उहदा कारण की है? उसदा कारण यह है साध संगत जीओ, उहदे अंदर जिहड़ा प्रेम है, जिहदा नां लैंदा ना, उहदे प्रति वधेरा है। नाम आपां उसे दा लवांगे जिस दे प्रति साडे अंदर प्रेम होएगा। ते साहिब दे बचन ने, जिन प्रेम कियो तिन ही प्रभ पायो। जेकर प्रेम नहीं है ते परमेश्वर की प्राप्ति भी नहीं हो सकती। प्रेम दे नाल कीता होया कर्म कुछ होर हुंदा है, बद्दा चट्टी कीता होया कर्म कुछ होर हुंदा है। जिथे प्रेम है उत्थे आलस नहीं, उत्थे नींद नहीं, उत्थे सुस्ती नहीं। घर विच छोटा जिहा बच्चा है, रात नूं उठ पैंदा है, सारा टब्बर कोल सुता है, पर मां नहीं वेंदी भी मैं गूढ़ी नींदरे सुती हाँ, उठ के बह जाती है ते बच्चे नूं दुध पियादी है। हालांकि नींद तो दूजिया उन्होंने भी आई है ना, जो दूजा परिवार सुता है तो नींदर तो उसनों भी आई है। जेड़ा प्रेम बच्चे दा मां दे नालों किसी होर दा नहीं। ते जिदे प्रति प्रेम होएगा, ये तो एक संसारी गल है। उत्थे नींद की, उत्थे फिर जो कुर्बान करना पै मनुख कुर्बान कर देंदा। सारा सिख इतिहास इस गल की व्याख्या है। 18वीं सदी बंद बंद कट्टे गए, चरखियां ते चाढ़े गए, अनेक ही तरीके वरते गए। ते एक बार यह कहना से भाई जो तुसी कहंदे हो ठीक है, किसी ने आके थोड़ा वेखना सी भी इन्हें नमाज पढ़ी है कि नहीं पढ़ी, इन्हें हज किया है कि नहीं किया। एक बार कहना से भी जो तुसी कहंदे हो सानू मंजूर है, पर नहीं। जेड़े गुरु नाल प्रेम है, जिस प्यारे स्यों ने तिस आगे मर चली है। त्रिग जीवन संसार तक है, पछ है जीवना। जिहदे नाल प्रेम है, उहदे तो बेमुख होकर जीवन जीना वो काहदा जीवन है। इसलिए
ਜਿਸ ਦੇ ਪ੍ਰਤੀ ਸਾਡੇ ਅੰਦਰ ਪ੍ਰੇਮ ਹੋਏਗਾ, ਮਨੁੱਖ ਉਹਦੇ ਗੁਣ ਗਾਏਗਾ ਹੀ ਗਾਏਗਾ। ਤਾਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਬੇਨਤੀ ਕੀਤੀ, ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਮਤ ਐਵੇਂ ਦੀ ਦੇ ਦਿਓ ਜਿਵੇਂ ਦਾ ਤੁਹਾਨੂੰ ਚੰਗਾ ਲੱਗਦਾ, ਅਸੀਂ ਉਵੇਂ ਦਾ ਥੜਾ ਬਣਾ ਸਕੀਏ। ਗੁਰਸਿੱਖ ਮੱਥਾ ਟੇਕੇ ਨਮਸਕਾਰ ਕਰੇ, ਮਹਾਰਾਜ ਜੀ ਮੇਰਾ ਜੀਵਨ ਉਵੇਂ ਦਾ ਬਣ ਜਾਏ ਜਿਵੇਂ ਦਾ ਤੁਹਾਨੂੰ ਚੰਗਾ ਲੱਗਦਾ। ਤੇ ਸਾਹਿਬ ਦੇ ਬਚਨ ਆਪਾਂ ਪੜ੍ਹਦੇ ਹਾਂ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੇ। ਸਿੱਖ ਕਿਹਨੂੰ ਕਹਿੰਦੇ ਨੇ? ਜਿਹੜਾ ਅੰਮ੍ਰਿਤ ਵੇਲੇ ਜਾਗ ਕੇ ਤੇ ਗੁਰੂ ਦਾ ਨਾਮ ਜਪਦਾ ਹੈ। ਉਹ ਗੱਲ ਠੀਕ ਹੈ ਵੀ ਜਿਹੜਾ ਸਿੱਖ ਦਾ ਆਪਾਂ ਕਹਿੰਦੇ ਆ ਵੀ ਉਹ ਵੀ ਸਿੱਖ ਹੈ, ਪਰ ਸਿੱਖ ਦੇ ਤਾਂ ਲੋਕੀ ਫਿਰ ਮਾੜੇ ਕੰਮ ਵੀ ਨੇ। ਸਿੱਖ ਦਾ ਕਿਸੇ ਨੇ ਚੋਰੀ ਕੀਤੀ, ਮਾੜਾ ਕਰਮ ਕੀਤਾ ਹੈ, ਆਖਰ ਉਹਨੇ ਵੀ ਤਾਂ ਕਿਤੋਂ ਸਿੱਖਿਆ ਹੈ ਨਾ, ਕਿਸੇ ਨੂੰ ਵੇਖਿਆ ਹੈ ਨਾ, ਕਿਤੋਂ ਆਈਡੀਆ ਲਿਆ ਹੈ ਨਾ ਵੀ ਇਹ ਕੰਮ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ। ਇਸ ਲਈ ਗੁਰੂ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਗੁਰੂ ਦਾ ਸਿੱਖ ਅਖਵਾਉਂਦਾ ਹੈ ਉਹ ਸਵੇਰੇ ਉੱਠ ਕੇ ਨਾਮ ਜਪਦਾ ਹੈ। ਅਜੋਕੇ ਸਮੇਂ ਦੇ ਵਿੱਚ ਮਨੁੱਖ ਨੇ ਧਰਮ ਦੀ ਵਿਆਖਿਆ ਉਸ ਤਰ੍ਹਾਂ ਦੀ ਕਰ ਦਿੱਤੀ ਜਿਵੇਂ ਦੀ ਉਹਨੂੰ ਚੰਗੀ ਲੱਗਦੀ ਹੈ। ਹੋਣਾ ਕੀ ਸੀ ਭਈ ਆਪਾਂ ਆਪਣੇ ਆਪ ਨੂੰ ਗੁਰੂ ਦੇ ਧਰਮ ਦੇ ਅਨੁਸਾਰ ਹੀ ਬਣਾਉਣਾ ਸੀ, ਪਰ ਦਲੀਲਾਂ ਪਹਿਲਾਂ ਇੰਨੀਆਂ ਹੋ ਗਈਆਂ, ਉਹ ਸਿੱਧ ਕਰ ਦਿੰਦਾ ਵੀ ਮੈਂ ਠੀਕ ਹਾਂ, ਵੀ ਜਿਵੇਂ ਦਾ ਮੈਨੂੰ ਚੰਗਾ ਲੱਗਦਾ ਮੈਂ ਸਹੀ ਕਹਿ ਰਿਹਾ। ਬਾਣੀ ਆਪਾਂ ਕਿਸੇ ਵੇਲੇ ਵੀ ਪੜ੍ਹ ਸਕਦੇ ਹਾਂ, ਨਾਮ ਕਿਸੇ ਵੇਲੇ ਵੀ ਜਪ ਸਕਦੇ ਹਾਂ, ਪਰ ਸਾਧ ਸੰਗਤ ਦੀ ਤੇ ਅੰਮ੍ਰਿਤ ਵੇਲੇ ਦੀ ਆਪਣੀ ਮਹਾਨਤਾ ਹੈ। ਇਸ ਗੱਲ ਦਾ ਧਿਆਨ ਰੱਖਣਾ। ਹਰ ਅੰਮ੍ਰਿਤ ਵੇਲਾ ਵਤੈ ਕਾ ਬੀਜਿਆ, ਭਗਤ ਖਾਏ ਖਰਚ ਰਹਿ ਨਿਖੁੱਟੈ ਨਾਈ। ਅੰਮ੍ਰਿਤ ਵੇਲਾ ਇਸ ਤਰ੍ਹਾਂ ਜਿਵੇਂ ਵੱਤਰ ਹੋਏ ਜ਼ਮੀਨ ਦਾ, ਉਹਦੀ ਸੰਭਾਲ ਕਰਨੀ। ਤਾਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ। ਇੱਕ ਦਿਨ ਉਹ ਆਇਆ, ਫਿਰ ਜਦੋਂ ਤਖਤ ਦੇ ਦਿੱਤਾ, ਜਿਹੜੀ ਕਸਵੱਟੀ ਸੀ ਜਿਹੜੇ ਭਾਈ ਰਾਮਾ ਜੀ ਉਹਦੇ ਵਿੱਚੋਂ ਪਾਸ ਨਾ ਹੋ ਸਕੇ, ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਆਪਣੀ ਜਿਹੜੀ ਹਯਾਤੀ ਜਿਹੜੀ ਉਮਰ ਜਦੋਂ ਤੀਜੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਆ ਗਏ, ਫਿਰ ਜਿਹੜਾ ਸਮਾਂ ਉਹ ਸੇਵਾ ਤੇ ਸਿਮਰਨ ਦੇ ਵਿੱਚ ਹੀ ਬੀਤਿਆ ਹੈ। ਇਸ ਲਈ ਭੱਟ ਸਾਹਿਬਾਨ ਨੇ ਕਹਿੰਦੇ ਨੇ ਜਿਹੜਾ ਇਹ ਰਾਜ ਹੈ ਇਹ ਅਟਲ ਰਾਜ ਹੈ। ਇਸ ਰਾਜ ਦੇ ਵਿੱਚ ਕਿਸੇ ਨਾਲ ਵਿਤਕਰਾ ਨਹੀਂ ਹੈ ਵੀ ਕਿੰਨੇ ਸੇਵਾ ਵੱਧ ਕੀਤੀ ਹੈ, ਕਿੰਨੇ ਘੱਟ ਕੀਤੀ ਹੈ, ਕਿੰਨੇ ਨਾਮ ਵੱਧ ਜਪਿਆ, ਕਿਸ ਨੇ ਘੱਟ ਜਪਿਆ। ਮਹਾਰਾਜ ਜੀ ਤੁਹਾਡੇ ਚਰਨਾਂ ਵਿੱਚ ਜਿਹੜਾ ਆ ਗਿਆ, ਤੁਸੀਂ ਉਹਦੀ ਕਾਮਨਾ ਪੂਰੀ ਕੀਤੀ। ਰਾਜ ਜੋਗ ਤਖਤ ਦਿਆ ਨਾ ਗੁਰ ਰਾਮਦਾਸ। ਗੁਰੂ ਅਮਰਦਾਸ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਇਹ ਬਖਸ਼ਿਸ਼ ਕੀਤੀ। ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ, ਤਾਰਨ ਮਨੁੱਖਿਆ ਜਨ ਕੀਓ ਪ੍ਰਗਾਸ। ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਪ੍ਰਥਮੇ ਪਹਿਲੇ ਪਹਿਲ ਇਸ ਸੰਸਾਰ ਦਾ ਪਾਰ ਉਤਾਰਾ ਕਰਨ ਵਾਸਤੇ, ਨਰਾਂ ਦਾ ਪਾਰ ਉਤਾਰਾ ਕਰਨ ਵਾਸਤੇ ਮਹਾਰਾਜ ਜੀ ਨੇ ਕਿਰਪਾ ਕੀਤੀ, ਸੰਸਾਰ ਨੂੰ ਨਾਮ ਨਾਲ ਜੋੜਿਆ। ਭਾਈ ਗੁਰਦਾਸ ਜੀ ਦੇ ਬਚਨ ਨੇ ਕਲਯੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾਇਆ। ਤੇ ਉਹ ਸਮਾਂ ਕਿਵੇਂ ਦਾ ਸੀ? ਜਿਹੜਾ ਧਾਰਮਿਕ ਮਨੁੱਖ ਹੈ ਉਹਦੇ ਕੋਲ ਧਰਮ ਨਹੀਂ ਰਹਿ ਗਿਆ, ਭਾਵੇਂ ਉਹ ਸਿੱਧ ਨੇ, ਜੋਗੀ ਨੇ, ਕਾਜੀ ਨੇ, ਕਿੰਨੇ ਦਵਾਦਸ਼ ਮਾਰਗ ਜੋਗੇ, ਭਾਵ ਭਗਤ ਬਿਨ ਭਏ ਬਿਯੋਗੇ। ਤੇ ਜਿਹੜਾ ਰਾਜਾ ਹੈ ਜਿਹਨੇ ਪ੍ਰਜਾ ਦੀ ਰਾਖੀ ਕਰਨੀ ਹੈ, ਉਲਟੀ ਵਾੜ ਖੇਤ ਕੋ ਖਾਏ, ਉਹ ਪ੍ਰਜਾ ਨੂੰ ਖਾਣ ਤੇ ਤੁਲ ਗਿਆ ਵੀ ਮੈਂ ਪ੍ਰਜਾ ਨੂੰ ਵੱਧ ਤੋਂ ਵੱਧ ਦੁਖੀ ਕਿਵੇਂ ਕਰਨਾ ਹੈ। ਮਹਾਰਾਜ ਜੀ ਨੇ ਤਾਂ ਹੀ ਕਹਿ ਦਿੱਤਾ ਸੀ ਨਾ, ਬਾਬਰ ਤੂੰ ਬਾਬਰ ਨਹੀਂ ਤੂੰ ਜਾਬਰ ਹੈ। ਬੜੀ ਵੱਡੀ ਗੱਲ ਹੈ ਸਮੇਂ ਦਾ ਬਾਦਸ਼ਾਹ ਹੋਏ ਤੇ ਉਹਨੂੰ ਐਡੀ ਗੱਲ ਕਰਦੇ ਨਹੀਂ। ਅੱਜ ਜਿਹਨੂੰ ਚਾਰ ਜਣੇ ਨਮਸਕਾਰਾਂ ਕਰਦੇ ਨੇ, ਬੰਦਾ ਨਾਲ ਹੋ ਕੇ ਤੁਰਦਾ ਹੈ ਤੇ ਕੋਈ ਕਵੇ ਇਹਦੀ ਬੜੀ ਪਹੁੰਚ ਹੈ, ਪਰ ਮਹਾਰਾਜ ਜੀ ਤੋਂ ਬਲਿਹਾਰ ਜਾਈਏ, ਸਮੇਂ ਦਾ ਬਾਦਸ਼ਾਹ ਹੋਏ ਤੇ ਉਹਨੂੰ ਕਹਿ ਦੇਣਾ ਵੀ ਤੂੰ ਬੰਦਾ ਬੁੰਦਾ ਕੋਈ ਨਹੀਂ, ਤੇਰੇ ਕਰਮ ਚੱਜਦੇ ਨਹੀਂ। ਜਿਹੜੇ ਕਰਮ ਰਾਜੇ ਦੇ ਨੇ ਤੇਰੇ ਉਹ ਕਰਮ ਰਾਜਿਆਂ ਵਾਲੇ ਨਹੀਂ। ਰਾਜੇ ਦਾ ਜਿਹੜਾ ਕਰਮ ਹੈ, ਉਸ ਰਾਜ ਦੇ ਵਿੱਚ ਜਿਹੜੀ ਪ੍ਰਜਾ ਹੈ ਉਹਨੂੰ ਕਿਸੇ ਤਰ੍ਹਾਂ ਦਾ ਦੁੱਖ ਨਾ ਹੋਏ, ਹਰ ਕੋਈ ਸੁੱਖ ਦੇ ਵਿੱਚ ਰਹੇ। ਤਾਂ ਜਿੱਥੇ ਧਾਰਮਿਕ ਮਨੁੱਖਾਂ ਦੀ ਗੱਲ ਕੀਤੀ, ਮਹਾਰਾਜ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ,
कादी कूड़ बोल मल खाए, ब्राह्मण नावे जिया काए, जोगी जुगत न जाने अंध, तिन्ने उजाड़े का बंद। भावें वो काजी है, वो जोगी है, जिहड़ा धर्मी मनुखा दे कोल धर्म ते रह नहीं गया। जिहड़ा काजी आपां कहने आ साध संगत जीओ, अरबी भाषा दा लफज है कजा, ते कजा कहंदे ने न्याय नूं, इंसाफ, जस्टिस। सब तो पहले पहल जिवें हुण 2021 है, जदों 634 सी, 634 तो लैके 44 तक इस्लाम दा एक बादशाह ने 10 साल राज किया। हजरत मुहम्मद उन्हें अपने समय दे विच कुछ काजी ना न्यायाधिकारी नियुक्त किए भी तुहाडा यह काम होएगा। इस्लाम का दायरा वधन करके कल्ले नूं काम कर संभालना औखा हो गया। तुहाडा यह काम होएगा जिवें तरह तरह के मसले आउंदे ने, तुसीं ये दसना भी सच की है ते झूठ की है, सज़ा की देनी है, उहदा फैसला मैं आप करांगा। न्याय करते समय पक्षपात नहीं करना भी मेरा बंदा अपना ते मैं झूठे नूं सच्चा कर दियां, ये काम नहीं करना। ये काजियां नूं हदायतां सन, पर समय समय दे नाल जिहड़ा काजी सो सारा कुछ ही अपने को लै गया। छोटे साहिबजादियां दियां शहीदियां हुंदियां ने, अमर शहीद बाबा जोरावर सिंह जी, बाबा फतेह सिंह जी। काजी का काम फतवा सुनाउणा थोड़ा सी इस्लाम के कानून मुताबिक, वैसे भी शीरखोर बच्चे उन्होंने शहीद इस तरह नहीं किया जाता, इस्लाम कहता है। पर काजी का काम इन्ना कुछ है, उन्हें दसना सी भी ये सच्चे ने कि झूठे ने, इन्हां दा गुनाह है कि नहीं है। पर फिर फतवे भी जारी कर दे, वो सारा कुछ अपने हवाले कर गया। इसलिए गुरु नानक देव जी महाराज जी सच्चे पातशाह जी ने नाम का उपदेश किया ते संसार का पार उतारा किया। भट्ट साहिबान ने कृपा करते ने, प्रथमे नानक चंद सब तो पहला गुरु नानक देव जी महाराज जी ने मनुखा नूं तारन वास्ते संसार दे भले दे लई नाम का उपदेश किया। महाराज जी दे प्रकाश तो पहला जिहड़ा समाज है, जिहड़ी ये धरती है, इहदे हालात की सन। समाज जात पात तेर मेर भेदभाव विच वंडिया होया सी। जिहड़ा कोई जिन्हों शूदर कह दिता जांदा सी, उस समय ते गलियां कच्चियां हुंदियां सन। जिन्हें नीवीं जात दे ने गली चों लंघना हुंदा सी, उन्होंने साध संगत जी लक नाल मोड़ा बन के तुरदा हुंदा सी, जिवें दरखत दा टाण कह लीए थोड़ा जिहा। उहदा कारण भी गलियां कच्चियां ने ते इन्हें तुरना दे पैरां दे निशान ते होणगे। जिथे इहदा पैर लगा है किते उत्थे ब्राह्मण दा पैर ना रखिया जाए, मते ब्राह्मण पिटिया जाए। ते जदों मोड़ा लक नाल बद्धा है, नाल नाल जिहड़े पैरां दे निशाने मिटदे जाणगे, साफ हुंदे जाणगे। बलिहार जाइए गुरु नानक देव जी महाराज जी सच्चे पातशाह जी तो, जिन्हां दे समाज दीयां जिहड़ियां बुराइयां सन, उन्हां दा खंडन किया, उन्हां नूं दूर किया। वहमां भरमां विचों लुकाई नूं कढ के ते अकाल पुरख वाहिगुरू दे नाम नाल जोड़िया। भाई गुरदास जी दे बचन ने, मारिया सिक्का जगत विच नानक निर्मल पंथ चलाया। निर्मल तो भाव के जिहदे विच मैल नहीं, जिहड़ा साफ सुथरा है। सब सत्कार योग ने जो कोई किसी नूं मनदा है, पर धुपे कपड़ियां दी लोड़ उदों पैंदी जदों पहले मैले हो जाण। जेकर जिहड़ा वस्त्र पाया वो स्वच्छ है, वो साफ सुथरा है, तो धुपे की लोड़ नहीं पैगी। धुपे हुए वस्त्रां की लोड़ उदों पैंदी है जिहड़ा आपां पहला पाया जदों वो मैला हो गया। तो कहण तो भाव समाज दे विच है ते बहुत कुछ सी, पर वो सारा कुछ वंडिया होया सी। महाराज जी ने इन्हां नूं दूर करके एक अकाल पुरख वाहिगुरू दे नाम नाल जोड़िया। पर संसार फिर भुल गया। कबीर साहब दे बचन ने, कबीर हर का सिमरन छड़ कर रात जगावन जाए, सरपन होए का उतरै जाए अपने खाए। की हो रहा समाज विच? महाराज जी ने तो सानू इन्हां चक्रां विचों कढिया सी, पर संसार फिर उन्हां भरमां विच पै गया भी तू किसे दा इंज कर दे ते तेरा फिर यह काम सौर जाएगा। एक गल पल्ले बन लैनी, किसे दा बुरा करके अपना भला हो जाए,
ਇਹ ਕਦੀ ਨਹੀਂ ਹੋ ਸਕਦਾ। ਕਬੀਰ ਸਾਹਿਬ ਬਚਨ ਕਰਦੇ ਨੇ, ਕੋਈ ਰਾਤ ਨੂੰ ਚਰਸਤਿਆਂ ਵਿੱਚ ਫਿਰਦਾ ਹੈ, ਕੋਈ ਚੌਂਕਾਂ ਵਿੱਚ ਫਿਰਦਾ ਹੈ, ਕੋਈ ਕਿਤੇ ਮਾੜੇ ਕਰਮ ਕਰ ਰਿਹਾ ਹੈ। ਕਿਸੇ ਨੇ ਕਹਿ ਦਿੱਤਾ ਵੀ ਲੈ ਤੈਨੂੰ ਆ ਚੀਜ਼ ਦੇਨੇ ਆ, ਇਹ ਚਰਸਤੇ ਵਿੱਚ ਰੱਖ ਦੇ, ਜਿਹੜਾ ਪਹਿਲਾਂ ਇਹਦੇ ਉੱਤੋਂ ਲੰਘ ਜਾਏਗਾ ਉਹਦਾ ਨੁਕਸਾਨ ਹੋ ਜਾਏਗਾ, ਤੇਰਾ ਭਲਾ ਹੋ ਜਾਏਗਾ। ਕਿ ਸਾਨੂੰ ਗੁਰਮਤਿ ਨੇ ਗੱਲਾਂ ਸਿਖਾਈਆਂ ਨੇ, ਕਿ ਸਾਨੂੰ ਗੁਰੂ ਨੇ ਕਿਹਾ ਐਸੇ ਕੰਮ ਕਰਨ ਵਾਸਤੇ। ਕੰਮ ਕਰ ਨਹੀਂ ਚੱਲਦਾ ਜੀ, ਫਲਾਣੇ ਥਾਂ ਤੇ ਜਾਓ, ਉੱਥੇ ਆ ਕੁਛ ਮਿਲਦਾ ਹੈ, ਇੰਨਾ ਸਮਾਂ ਇਸ ਤਰ੍ਹਾਂ ਕਰਨਾ ਹੈ, ਕਾਰੋਬਾਰ ਵਧੀਆ ਚੱਲ ਜਾਏਗਾ। ਮਹਾਰਾਜ ਦੇ ਬਚਨ ਨੇ, ਉਦਮ ਕਰੇਂਦਿਆਂ ਜਿਉ ਕਮਾਵਦਿਆਂ ਤੂੰ ਸੁਖ ਪੁੰਚ। ਉਦਮ ਨਾ ਕਰੇਗਾ ਤੇ ਪ੍ਰਸ਼ਾਦਾ ਥਾਲੀ ਵਿੱਚ ਅੱਗੇ ਪਿਆ ਰਹੇਗਾ, ਗਰਾਈ ਆਪਣੇ ਆਪ ਮੁੱਛ ਨਹੀਂ ਪੈ ਜਾਣੀ। ਇੰਨੀ ਕੁ ਹਿੰਮਤ ਤੈਨੂੰ ਕਰਨੀ ਪੈਣੀ ਹੈ। ਇਸ ਲਈ ਜਿਹੜੇ ਕੰਮਾਂ ਵਿੱਚੋਂ ਸਾਨੂੰ ਸਤਿਗੁਰਾਂ ਨੇ ਕੱਢਿਆ ਸੀ, ਅਸੀਂ ਮੁੜ ਫਿਰ ਉਹਨਾਂ ਕਰਮਾਂ ਵਿੱਚ ਪੈ ਗਏ। ਉਹਦਾ ਸਭ ਤੋਂ ਵੱਡਾ ਕਾਰਨ ਆਪਾਂ ਗੁਰੂ ਵਾਲੇ ਪਾਸਿਓਂ, ਗੁਰਮਤਿ ਵਾਲੇ ਪਾਸੇ ਤੋਂ ਅਵੇਸਲੇ ਹੋ ਗਏ। ਆਪਾਂ ਆਪਣੇ ਆਪ ਨੂੰ ਗੁਰੂ ਦੇ ਸੰਪਰਕ ਦੇ ਵਿੱਚ ਲੈ ਕੇ ਹੀ ਨਹੀਂ ਨਾ ਆਏ। ਇੱਕ ਪੱਖਾ ਹੈ, ਲਾਈਟ ਹੈ, ਕੋਈ ਬਿਜਲੀ ਵਾਲੀ ਚੀਜ਼ ਹੈ, ਉਹ ਤਾਂ ਹੀ ਉਹਦਾ ਫਾਇਦਾ ਹੈ ਨਾ ਜੇ ਉਹਨੂੰ ਲਾਈਟ ਮਿਲੇਗੀ। ਤੇ ਜੇ ਆਪਾਂ ਕਨੈਕਸ਼ਨ ਜੋੜਾਂਗੇ ਹੀ ਨਾ, ਤੇ ਫਿਰ ਭਾਵੇਂ ਉਹ ਲੱਖਾਂ ਦੀ, ਉਹ ਕਿਸੇ ਕੰਮ ਦੇ ਨਹੀਂ। ਇਹ ਮਨੁੱਖਾ ਦੇਈ ਇਹ ਸਮਾਂ ਹੈ ਤੇ ਬੜਾ ਵਡਮੁੱਲਾ, ਅਣਮੁੱਲਾ, ਬੜਾ ਕੀਮਤੀ ਹੈ, ਪਰ ਆਪਾਂ ਆਪਣੇ ਆਪ ਨੂੰ ਗੁਰੂ ਨਾਲ ਜੋੜਿਆ ਹੀ ਨਹੀਂ। ਆਪਾਂ ਗੁਰੂ ਦੇ ਉਪਦੇਸ਼ ਨਾਲ ਖੁਦ ਨੂੰ ਜੋੜਿਆ ਹੀ ਨਹੀਂ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸਾਹਿਬ ਸਭ ਤੋਂ ਵੱਧ ਧਾਰਮਿਕ ਸਥਾਨਾਂ ਤੇ ਗਏ। ਮਹਾਰਾਜ ਜੀ ਦਾ ਜੀਵਨ ਪੜ੍ਹ ਕੇ ਵੇਖਣੇ ਆ, ਜਿੰਨਾ ਸਤਿਗੁਰੂ ਧਾਰਮਿਕ ਸਥਾਨਾਂ ਤੇ ਗਏ ਨੇ, ਇਹਨਾਂ ਰਾਜੇ ਮਹਾਰਾਜਿਆਂ ਕੋਲ ਤੇ ਆਮ ਗ੍ਰਸਤੀ ਬੰਦਿਆਂ ਕੋਲ ਨਹੀਂ ਗਏ। ਸਾਨੂੰ ਐਵੇਂ ਲੱਗਦਾ ਹੈ ਸਤਿਗੁਰਾਂ ਨੇ ਕਿਸੇ ਦੀ ਮਰਿਆਦਾ ਦਾ ਖੰਡਨ ਕੀਤਾ, ਵੀ ਕੋਈ ਪਾਣੀ ਕਿਸੇ ਪਾਸੇ ਦੇ ਰਿਹਾ ਸੀ, ਮਹਾਰਾਜ ਕਿਸੇ ਪਾਸੇ ਦੇਣ ਲੱਗ ਗਏ, ਕਿਤੇ ਜਾ ਕੇ ਸਤਿਗੁਰਾਂ ਨੇ ਇਸ ਤਰ੍ਹਾਂ ਕਰ ਦਿੱਤਾ। ਨਹੀਂ, ਸਤਿਗੁਰਾਂ ਨੇ ਇੱਕੋ ਕਿਰਪਾ ਕੀਤੀ ਹੈ। ਨਹੀਂ ਤਾਂ ਭਾਵੇਂ ਨਾ ਸਮਝ ਲੈਣਾ ਵੀ ਮਹਾਰਾਜ ਦਾ ਇੱਕ ਤਰੀਕਾ ਸੀ। ਜੇਕਰ ਉਹ ਪਾਣੀ ਹੋਰ ਪਾਸੇ ਦੇ ਰਹੇ ਨੇ, ਮਹਾਰਾਜ ਦੂਜੇ ਪਾਸੇ, ਸਤਿਗੁਰਾਂ ਦਾ ਤਰੀਕਾ ਸੀ ਵੀ ਇਹਨਾਂ ਨੂੰ ਉਪਦੇਸ਼ ਕਿਵੇਂ ਕਰਨਾ ਹੈ, ਇਹਨਾਂ ਨੂੰ ਰਾਹ ਤੇ ਕਿਵੇਂ ਤੋਰਨਾ ਹੈ। ਉਹ ਜਿਹੜਾ ਉਪਦੇਸ਼, ਉਹ ਜਿਹੜਾ ਤਰੀਕਾ ਸੀ, ਉਹ ਇਹ ਸੀ, ਜਿਹੜਾ ਕੰਮ ਕੋਈ ਕਰਦਾ ਸੀ ਨਾ, ਮਹਾਰਾਜ ਉਹਦੇ ਕੰਮ ਦੀ ਉਦਾਹਰਣ ਦੇ ਕੇ ਤੇ ਉਹਨੂੰ ਰੱਬ ਨਾਲ ਜੋੜ ਦਿੰਦੇ ਸਨ। ਅੱਜ ਗਿਆਨ ਤੇ ਬਹੁਤ ਹੈ, ਪਰ ਬਹੁਤਾਤ ਐਸਾ ਵੀ ਉਹ ਸਿਰ ਤੋਂ ਹੀ ਲੰਘ ਜਾਂਦਾ, ਪਤਾ ਹੀ ਨਹੀਂ ਲੱਗਦਾ, ਵੀ ਸਮਝ ਨਹੀਂ ਆਉਂਦੀ ਗੱਲ ਕੀ ਸੀ। ਜੇ ਮਹਾਰਾਜ ਵਾਈ ਖੇਤੀ ਵਾਲੇ ਕੋਲ ਗਏ, ਮਨ ਹਾਲੀ ਕਿਰਸਾਣੀ ਕਰਨੀ, ਉੱਥੇ ਉਦਾਹਰਨ ਦੇ ਦਿੱਤੀ। ਜੇਕਰ ਦੁਕਾਨਦਾਰ ਕੋਲ ਗਏ ਤੇ ਹਾਨ ਹਟ ਕਰ ਅਰਜਾਂ, ਉੱਥੇ ਵਟਿਆ ਤਰਕੜੀ ਤੇ ਹੱਟੀ ਦੀ ਉਦਾਹਰਨ ਦੇ ਦਿੱਤੀ। ਇਸ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਸਭ ਤੋਂ ਵੱਧ ਧਰਮੀ ਬੰਦਿਆਂ ਕੋਲ ਤੇ ਧਾਰਮਿਕ ਸਥਾਨਾਂ ਤੇ ਗਏ ਨੇ। ਉਹਦਾ ਕਾਰਨ ਇਹ ਸੀ ਭਈ ਜੇ ਤੂੰ ਧਰਮੀ ਹੈ ਤੇ ਧਰਮੀ ਸੱਚਾ ਬਣ ਜਾ, ਵਿਖਾਵਾ ਨਾ ਕਰ। ਭਾਈ ਸੱਜਣ ਜੀ ਕਿਹੜੇ ਕਰਮ ਕਰ ਰਹੇ ਸਨ, ਉਹਨਾਂ ਨੂੰ ਦੱਸਿਆ ਭਈ ਆਹ ਜਿਹੜਾ ਕਰਮ ਹੈ, ਨਾ ਤੇਰਾ ਕੀ ਹੈ ਤੇ ਤੇਰੇ ਕਰਮ ਕੀ ਨੇ। ਇਸ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ, ਕਿਉਂਕਿ ਧਰਮ ਦੀ ਦੁਨੀਆ ਦੇ ਵਿੱਚ ਭਰੋਸਾ ਬੜੀ ਛੇਤੀ ਹੈ, ਉਹ ਭਰੋਸੇ ਦਾ ਕੋਈ ਗਲਤ ਫਾਇਦਾ ਵੀ ਚੁੱਕ ਸਕਦਾ ਹੈ। ਮਹਾਰਾਜ ਜੀ ਨੇ ਕਿਰਪਾ ਕੀਤੀ, ਨਹੀਂ, ਜੇਕਰ ਤੂੰ ਪਹਿਰਾਵਾ ਧਰਮ ਦਾ ਪਾਇਆ ਹੈ ਤੇ ਫਿਰ ਧਰਮੀ ਸੱਚਾ ਬਣ ਜਾ, ਤਾਂ ਇਹਦਾ ਲਾਹਾ ਹੈ। ਤਾਂ ਸਤਿਗੁਰਾਂ ਨੇ ਲੋਕਾਈ ਤੇ ਕਿਰਪਾ ਕੀਤੀ, ਕਲਯੁਗ ਬਾਬੇ ਤਾਰਿਆ, ਸਤਿਨਾਮ ਪੜ ਮੰਤਰ ਸੁਣਾਇਆ। ਗੁਰਸਿੱਖ ਦੇ ਲਈ ਨਮੋ ਮੰਤਰ ਮੰਤਰੇ, ਸਭ ਤੋਂ ਵੱਡਾ ਮੰਤਰ ਹੈ ਵਾਹਿਗੁਰੂ ਗੁਰੂ ਮੰਤਰ ਹੈ, ਜਪ ਹੋਮੈ ਖੋਈ। ਸਤਿਨਾਮ ਵਾਹਿਗੁਰੂ ਦਾ ਜਾਪ ਕਰੇ, ਸਿਮਰਨ ਕਰੇ, ਬਾਣੀ ਪੜ੍ਹੇ। ਜੇਕਰ ਉਹ ਨਹੀਂ ਕਰਦਾ ਤੇ ਫਿਰ ਜਿੱਥੇ ਮਰਜ਼ੀ ਭੱਜ ਲਵੇ। ਜਿਹਨੂੰ ਬਾਬੇ ਨਾਨਕ ਦੇ ਘਰੋਂ ਸੁੱਖ ਨਹੀਂ ਨਾ ਮਿਲਿਆ, ਉਹ ਵਰਕਾ ਪਾੜਦਾ ਵੀ ਕਿਸੇ ਹੋਰ ਥਾਂ ਤੋਂ ਮਿਲ ਜਾਏਗਾ। ਇਸ ਲਈ ਭਰੋਸੇ ਦੇ ਨਾਲ ਉਹ ਨਾਮ ਜਪੇ। ਸਤਿਗੁਰਾਂ ਨੇ ਸਮਾਜ ਦੀਆਂ ਬੁਰਾਈਆਂ ਨੂੰ ਦੂਰ ਕੀਤਾ, ਨਾਮ ਦਾ ਉਪਦੇਸ਼ ਕੀਤਾ। ਗੁਰ ਅੰਗਦ ਦਿਓ ਨਿਦਾਨ, ਅਕਥ ਕਥਾ ਗਿਆਨ, ਪੰਚਭੂਤ ਬਸ ਕਿਨੇ ਜਮਤ ਨਾ ਤਰਾਸ। ਅਗਾ ਸਾਹਿਬ ਇਹ ਕਿਰਪਾ ਕਰਦੇ ਨੇ। ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਫਿਰ ਜਿਹੜਾ ਨਿਧਾਨ, ਜਿਹੜਾ ਖਜ਼ਾਨਾ ਸੀ ਗੁਰਬਾਣੀ ਦਾ, ਉਹਨੂੰ ਸੰਭਾਲਿਆ ਵੀ
ਤੇ ਪਰਮੇਸ਼ਰ ਦੀ ਅਕਥ ਕਥਾ ਦੇ ਨਾਲ ਸੰਸਾਰ ਨੂੰ ਜੋੜਿਆ ਤੇ ਉਪਦੇਸ਼ ਕੀਤਾ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪੰਚ ਭੂਤ ਬਸ ਕੀਨੇ ਜਮਤ ਨਾ ਤਰਾਸ, ਇਹਨਾਂ ਨੂੰ ਵਸ ਦੇ ਵਿੱਚ ਕੀਤਾ। ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕੀਨੇ ਸਭੈ ਬਲ। ਹੈ ਤੇ ਬੜੇ ਬਲ ਵਾਲੇ ਨੇ, ਬੜੀ ਤਾਕਤ ਵਾਲੇ ਨੇ, ਪਰ ਇਹਨਾਂ ਨੂੰ ਵਸ ਦੇ ਵਿੱਚ ਕਰਨਾ, ਇਹਨਾਂ ਨੂੰ ਕਾਬੂ ਦੇ ਵਿੱਚ ਰੱਖਣਾ। ਗੁਰ ਅਮਰ ਗੁਰੂ ਸ੍ਰੀ ਸਤ ਕਲ ਜੁਗ ਰਾਖੀ ਪਤ, ਅਗਨ ਦੇਖਤ ਗਤ ਚਰਨ ਕਵਲ ਜਾਸ। ਜਿਹੜੇ ਅਗ ਕਹਿੰਦੇ ਪਾਪ ਨੂੰ, ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ। ਇਹ ਜਿਹੜੇ ਵਿਸ਼ੇ ਵਿਕਾਰ ਨੇ, ਅਗਿਆਨਤਾ ਨੇ, ਇਹ ਮਨੁੱਖ ਦੀ ਪੱਤ ਨਹੀਂ ਰਹਿਣ ਦਿੰਦੇ। ਅਗਿਆਨਤਾ ਦੇ ਵਸ ਹੋ ਕੇ ਮਨੁੱਖ ਕੋਈ ਮਾੜਾ ਕਰਮ ਕਰ ਬੈਂਦਾ, ਉਹਦੀ ਪੱਤ ਰੁਲ ਜਾਂਦੀ ਹੈ। ਮਹਾਰਾਜ ਜੀ ਨੇ ਕਿਰਪਾ ਕੀਤੀ, ਨਾਮ ਦੇ ਨਾਲ ਜੁੜ ਕੇ ਤੇ ਇਹਨਾਂ ਨੂੰ ਵਸ ਵਿੱਚ ਕਰਕੇ ਫਿਰ ਉਹਦੇ ਘਰ ਦੇ ਵਿੱਚ ਪ੍ਰਵਾਨ ਹੋਈਦਾ। ਗੁਰੂ ਅਮਰਦਾਸ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਅਣਥੱਕ ਸੇਵਾ ਕੀਤੀ, ਸੰਸਾਰ ਦੀਆਂ ਗੱਲਾਂ ਵੀ ਉੱਥੇ ਸੁਣੀਆਂ। ਜਿਨੇ ਧਰਮ ਦੇ ਰਾਹ ਤੇ ਤੁਰਨਾ ਹੈ, ਸਭ ਤੋਂ ਪਹਿਲੀ ਗੱਲ ਉਹ ਇਹ ਸਮਝ ਲੈ ਵੀ ਸੰਸਾਰ ਨੇ ਗੱਲਾਂ ਬੜੀਆਂ ਕਰਨੀਆਂ ਨੇ, ਉਹਨਾਂ ਨੂੰ ਅਣਸੁਣੀਆਂ ਕਰੇਗਾ ਤੇ ਤਾਂ ਚੱਲੇਗਾ। ਕਿਉਂਕਿ ਮਹਾਰਾਜ ਨੂੰ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੂੰ ਸੰਸਾਰ ਨੇ ਨਹੀਂ ਬਖਸ਼ਿਆ। ਤੇ ਜਦੋਂ ਸੇਵਾ ਕਰਦੇ ਸਨ ਜਲ ਦੀ, ਰਾਤ ਦਾ ਅੰਮ੍ਰਿਤ ਵੇਲੇ ਦਾ ਸਮਾਂ ਜਦੋਂ ਠੁੱਡਾ ਲੱਗਾ ਤੇ ਜਿਨ੍ਹਾਂ ਦੇ ਘਰ ਆਵਾਜ਼ ਗਈ ਸੀ, ਉਸ ਜੁਲਾਏ ਦੇ ਘਰ ਵਾਲੀ ਨੇ ਕਹਿ ਦਿੱਤਾ ਸੀ, ਜਦੋਂ ਉਹਨੇ ਕਿਹਾ ਭਈ ਬਾਹਰ ਨਾ ਖੜਾਕ ਹੋਇਆ, ਆਵਾਜ਼ ਆਈ ਹੈ, ਤੇ ਉਹਨੇ ਕਹਿ ਦਿੱਤਾ ਸੀ, ਗੁਰੂ ਬਖਸ਼ ਲੈ ਜਿਹੜਾ ਉਹਨੇ ਸ਼ਬਦ ਵਰਤਿਆ ਸੀ, ਮਹਾਰਾਜ ਨੂੰ ਨਥਾਵਾਂ ਕਿਹਾ ਸੀ ਉਹਨੇ ਵੀ ਇਹ ਨਥਾਵਾਂ ਹੋਣਾ, ਨਾ ਆਪ ਟਿਕਦਾ ਤੇ ਨਾ ਲੋਕਾਂ ਨੂੰ ਟਿਕਣ ਦਿੰਦਾ। ਤੇ ਮਹਾਰਾਜ ਨੇ ਸਹਿਜ ਸੁਭਾਏ ਬਚਨ ਕੀਤੇ ਸਨ, ਚੱਲੀਏ ਹੁਣ ਅਸੀਂ ਥਾਂ ਵਾਲੇ ਹੋ ਗਏ ਹਾਂ। ਉਹਨੂੰ ਚੱਲ ਪੈ ਗਿਆ, ਸ਼ਦੈਨ ਹੋ ਗਈ, ਕਮਲੀ ਹੋ ਗਈ। ਮਹਾਰਾਜ ਜੀ ਦੇ ਕੋਲ ਆਏ, ਆ ਕੇ ਖਿਮਾ ਮੰਗੀ ਤੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਿਰਪਾ ਕਰਦੇ ਨੇ। ਇਹਨਾਂ ਵਿਸ਼ੇ ਵਿਕਾਰਾਂ, ਅਗਿਆਨਤਾ ਨੂੰ, ਇਹਨਾਂ ਨੂੰ ਇਸ ਤਰ੍ਹਾਂ ਵਸ ਦੇ ਵਿੱਚ ਕਰਕੇ ਫਿਰ ਉਹਦੇ ਘਰ ਦੇ ਵੱਲ ਤੁਰਨਾ ਹੈ। ਸਭ ਬਿਦ ਮਾਨਿਓ ਮਨ ਤਬੇ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਸਭ ਬਿਦ। ਜਦੋਂ ਮਹਾਰਾਜ ਜੀ ਨੂੰ ਗੁਰਿਆਈ ਦਿੱਤੀ, ਭੱਟ ਸਾਹਿਬਾਨ ਕਿਰਪਾ ਕਰਦੇ ਨੇ, ਮਨ ਦੇ ਵਿੱਚ ਰਤੀ ਭਰ ਵੀ ਕੋਈ ਐਵੇਂ ਦੀ ਗੱਲ ਨਹੀਂ ਸੀ ਰਹਿ ਗਈ ਵੀ ਪਤਾ ਨਹੀਂ ਕਿਤੇ ਇਸ ਤਰ੍ਹਾਂ ਨਾ ਤੇ ਇਸ ਤਰ੍ਹਾਂ ਹੋ ਜਾਵੇ। ਹਰ ਤਰ੍ਹਾਂ ਜਿਹੜਾ ਸੇਵਾ ਸਿਮਰਨ, ਮਹਾਰਾਜ ਜੀ ਸਰਵ ਕਲਾ ਸਮਰੱਥ ਨੇ, ਉਹਦੇ ਵਿੱਚ ਬੜੇ ਨਿਪੁੰਨ ਨੇ। ਫਿਰ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ, ਭੱਟ ਸਾਹਿਬਾਨ ਨੇ ਕਿਰਪਾ ਕਰਦੇ ਨੇ। ਗੁਰੂ ਅਮਰਦਾਸ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਇਹ ਜਿਹੜਾ ਰਾਜ ਸੀ, ਇਹ ਜਿਹੜਾ ਤਖਤ ਸੀ, ਇਹ ਦਿੱਤਾ। ਜਿਨ੍ਹਾਂ ਨੂੰ ਸੰਸਾਰ ਕਹਿੰਦਾ ਸੀ ਕਿ ਕਿੱਥੋਂ ਖਾਣਗੇ, ਕੀ ਕਰਨਗੇ, ਅੱਜ ਉਹਨਾਂ ਦੇ ਦਰ ਤੋਂ ਸੰਸਾਰ ਲੰਗਰ ਛਕਦਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰ ਤੇ ਸਾਰੀਆਂ ਰਹਿਮਤਾਂ ਨੇ, ਬਖਸ਼ਿਸ਼ਾਂ ਨੇ। ਵੇਖੋ, ਕੋਈ ਘਰ ਕਿਸੇ ਦਰਿਆ ਦੇ ਕੰਢੇ ਤੇ ਹੋਏ ਜਾਂ ਨਾ ਵੀ, ਤੇ ਆਪਣੇ ਘਰਾਂ ਵਿੱਚ ਕੀ ਹੁੰਦਾ ਹੈ, ਕੰਧਾਂ ਦੇ ਨਾਲ ਨਾਲ ਨਾ ਕਈ ਵਾਰ ਸਲਾਬ ਆ ਜਾਂਦੀ ਹੈ ਤੇ ਕਹਿ ਦਿੱਤਾ ਜਾਂਦਾ ਵੀ ਸਲਾਬਾ ਹੋ ਗਿਆ। ਸ਼ਰਧਾ ਭਾਵਨਾ ਬੜੀ ਜ਼ਰੂਰੀ ਹੈ। ਗਿਆਨ ਹੋਣਾ ਚੰਗੀ ਗੱਲ ਹੈ, ਪਰ ਜਿਹੜੀ ਸ਼ਰਧਾ ਭਾਵਨਾ ਹੈ ਇਹ ਬੜੀ ਜ਼ਰੂਰੀ ਹੈ। ਸ਼ਰਧਾ ਤੋਂ ਬਿਨਾਂ ਤੇ ਕੁਛ ਵੀ ਨਹੀਂ। ਸਤ ਸੰਗਤ ਜੋ ਸਾਡੇ ਘਰ ਦਰਿਆਵਾਂ ਵਿੱਚ ਨਹੀਂ, ਬਾਹਰ ਨੇ ਤੇ ਤਾਂ ਵੀ ਸਲਾਬ ਆ ਜਾਂਦੀ ਹੈ। ਤੇ ਹਰਮੰਦਰ ਸਾਹਿਬ ਜਿੱਦਣ ਦਾ ਬਣਿਆ, ਬਖਸ਼ਿਸ਼ ਹੋਈ ਹੈ, ਉਦਣ ਦਾ ਜਲ ਦੇ ਵਿੱਚ ਹੈ, ਸਰੋਵਰ ਵਿੱਚ ਹੈ। ਕਦੇ ਕਿਸੇ ਸੁਣਿਆ ਵੀ ਉੱਥੇ ਸਲਾਬ ਆ ਗਈ ਹੋਏ? ਇਸ ਲਈ ਉੱਥੇ ਸਾਰੀਆਂ ਰਹਿਮਤਾਂ ਨੇ, ਸਾਰੀਆਂ ਬਖਸ਼ਿਸ਼ਾਂ ਨੇ। ਗੱਲ ਸਾਡੇ ਆਪਣੇ ਤੇ ਹੈ ਵੀ ਅਸੀਂ ਕੀ ਸਮਝਦੇ ਹਾਂ, ਸਾਡਾ ਨਜ਼ਰੀਆ ਕੀ ਹੈ, ਅਸੀਂ ਕਿਵੇਂ ਸੋਚਦੇ ਹਾਂ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਿਰਪਾ ਕਰਨ, ਸਭਨਾਂ ਨੂੰ ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣ, ਭੁੱਲਾਂ ਚੁੱਕਾਂ ਦੀ ਖਿਮਾ। ਕੋਟਾਨ ਕੋਟ ਧੰਨਵਾਦ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਗੁਰੂ ਘਰ ਦੇ ਸਮੁੱਚੇ ਸਟਾਫ ਦਾ ਤੇ ਗੁਰਮੁਖ ਪਿਆਰੇ ਪ੍ਰਬੰਧਕ ਕਮੇਟੀ, ਉਹਨਾਂ ਸੱਜਣਾਂ ਦਾ ਜਿਨ੍ਹਾਂ ਸਦਕਾ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ
ਇਹ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ। ਮਹਾਰਾਜ ਜੀ ਸਭਨਾਂ ਨੂੰ ਆਪਣੇ ਦਰੋਂ ਘਰੋਂ ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣ। ਇੱਕ ਅਰਦਾਸ ਕਰਿਆ ਕਰੀਏ, ਮਹਾਰਾਜ ਜੀ ਜਿਹੜਾ ਸੁਖ ਨਾਮ ਜਪ ਕੇ ਭਗਤ ਕਬੀਰ ਜੀ ਰਵਿਦਾਸ ਜੀ ਉਹਨਾਂ ਨੂੰ ਮਿਲਿਆ, ਜਪਦੇ ਹਾਂ ਸੇਵੇ, ਸਾਨੂੰ ਵੀ ਜਿਹੜਾ ਉਹ ਸੁੱਖ ਹੈ ਨਾ ਉਹਦੀ ਦਾਤ ਬਖਸ਼ ਦਿਓ। ਇਸ ਜਪਜੀ ਸਾਹਿਬ ਦਾ ਪਾਠ ਵੱਡੇ ਵੱਡੇ ਗੁਰਮੁਖ ਪਿਆਰਿਆਂ ਨੇ ਕੀਤਾ। ਜਪਜੀ ਸਾਹਿਬ ਉਹੀ ਹੈ, ਅਸੀਂ ਵੀ ਕਰਨੇ ਆ। ਕਿਰਪਾ ਕਰੋ ਜਿਹੜੇ ਸੁੱਖ ਦੀ ਪ੍ਰਾਪਤੀ ਉਹਨਾਂ ਨੂੰ ਹੋਏ, ਸਾਨੂੰ ਵੀ ਜਿਹੜਾ ਉਹ ਸੁੱਖ ਹੈ ਨਾ ਉਹ ਪ੍ਰਾਪਤ ਹੋ ਜਾਏ। ਸਭਨਾਂ ਦਾ ਧੰਨਵਾਦ। ਝੁਕਾਓ ਸਾਹਿਬਾਂ ਨੂੰ ਸੀਸ ਪਾਓ, ਫਤਿਹ ਨਾਲ ਸਾਂਝਾ ਖੋਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।